ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ। ਮੇਰਾ ਦੁਖ ਸੁਖ ਤੁਧ ਹੀ ਪਾਸ, ਜੋ ਬੁਲਾਵਹਿ ਤਿਉ ਬੁਲਹਿ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਪਤਿਤ ਪਾਵਨ ਕਿਰਪਾ ਨਿਧਾਨ ਬਖਸ਼ਿੰਦ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਮੁਬਾਰਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਵੱਡੇ ਭਾਗ ਹਨ ਸਤਿਗੁਰੂ ਜੀ ਨੇ ਤੁਰਟ ਕੇ ਆਪਣੀ ਕਿਰਪਾ ਕਰਕੇ ਸਾਨੂੰ ਸਭਨਾਂ ਨੂੰ ਸਤ ਸੰਗਤ ਰੂਪ ਵਿੱਚ ਸਜ ਬੈਠਣ ਦਾ ਇਹ ਸੁਭਾਗ ਵੇਲਾ ਬਖਸ਼ਿਸ਼ ਕੀਤਾ ਹੈ। ਪ੍ਰਾਪਤ ਹੋਏ ਸਮੇਂ ਨੂੰ ਸਕਾਰਥਾ ਸਫਲ ਬਣਾਉਣ ਵਾਸਤੇ ਬਹੁਤ ਪਿਆਰ ਇਕਾਗਰਤਾ ਸਹਿਤ ਆਪ ਜੀ ਸਤਿਗੁਰੂ ਦੇ ਹਜ਼ੂਰ ਸਜ ਕੇ ਗੁਰਦੇਵ ਜੀ ਦੇ ਦਰ ਘਰ ਦੀ ਮਰਿਆਦਾ ਅਨੁਸਾਰ ਆਸਾ ਕੀ ਵਾਰ ਬਾਣੀ ਦੇ ਕੀਰਤਨ ਗੁਰੂ ਪਿਆਰਿਆਂ ਪਾਸੋਂ ਇਕਾਗਰਤਾ ਸਹਿਤ ਸਰਵਣ ਕਰ ਰਹੇ ਸੋ। ਉਸ ਤੋਂ ਉਪਰੰਤ ਸਨਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਅੱਜ ਦੇ ਵਿਚਾਰ ਅਧੀਨ ਅੰਮ੍ਰਿਤ ਬੋਲ ਗੌੜੀ ਕੀ ਵਾਰ ਵਿੱਚੋਂ ਪੰਚਮ ਗੁਰਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਆਪ ਜੀ ਨੇ ਸਰਵਣ ਕੀਤੇ ਹਨ ਔਰ ਪ੍ਰਮੁੱਖ ਬੇਨਤੀਆਂ ਬਹੁਤ ਪਿਆਰ ਸਹਿਤ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਵਾਈਆਂ। ਆਓ ਸਮਾਂ ਹੈ ਗੁਰਮਤਿ ਵਿਚਾਰ ਸ਼ਬਦ ਵਿਚਾਰ ਦਾ, ਜੋ ਅੰਮ੍ਰਿਤ ਵਚਨ ਪੰਚਮ ਪਾਤਸ਼ਾਹ ਜੀ ਨੇ ਅੱਜ ਸਾਡੀ ਝੋਲੀ ਪਾਏ ਨੇ, ਇਹਨਾਂ ਨੂੰ ਸਮਝ ਸਕੀਏ, ਵਿਚਾਰ ਸਕੀਏ, ਅਰਦਾਸ ਕਰਕੇ ਆਪਣੇ ਜੀਵਨ ਦਾ ਆਧਾਰ ਬਣਾ ਸਕੀਏ। ਐਸੀ ਭਾਵਨਾ ਨਾਲ ਗੁਰਮਤਿ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅਦਬ ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਸੱਚ ਦੇ ਮਾਰਗ ਉੱਤੇ ਤੁਰਨ ਵਾਲਿਆਂ ਨੂੰ ਸਭ ਦੇ ਘਰ ਵਿੱਚ ਬੇਅੰਤ ਮਾਣ ਅਤੇ ਸਤਿਕਾਰ ਬਖਸ਼ਿਸ਼ ਕੀਤਾ ਗਿਆ ਹੈ। ਧਰਮ ਦੀ ਦੁਨੀਆ ਵਿੱਚ
ਧਾਰਮਿਕ ਬੰਦੇ ਵਾਸਤੇ ਵਰਤੇ ਜਾਣ ਵਾਲੇ ਵੱਖ-ਵੱਖ ਸਭਿਅਤਾਵਾਂ ਵਿੱਚ ਵਰਤੇ ਜਾਣ ਵਾਲੇ ਨਾਮਾਂ ਨੂੰ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਦਰਜ ਕੀਤਾ ਹੈ। ਜਿੱਥੇ ਕਿਤੇ ਵੀ ਸਿਖਰ ਉੱਤੇ ਪਹੁੰਚੇ, ਰੱਬ ਯਾਦ ਵਿੱਚ ਜੁੜ ਕੇ, ਪ੍ਰਮਾਤਮਾ ਦੇ ਚਿੰਤਨ ਵਿੱਚ ਜੁੜ ਕੇ ਸੱਚ ਦੇ ਮਾਰਗ ਦਾ ਕੋਈ ਪਾਂਧੀ ਬਣਿਆ ਤੇ ਉਹਨੂੰ ਸਤਿਗੁਰੂ ਦੀ ਬਾਣੀ ਵਿੱਚ ਸਤਿਗੁਰੂ ਜੀ ਨੇ ਸਲਾਇਆ ਹੈ। ਇਸ ਭਾਵਨਾ ਵਿੱਚੋਂ ਨਿਕਲੇ ਬੇਅੰਤ ਸ਼ਬਦ ਸਾਹਿਬ ਦੀ ਬਾਣੀ ਵਿੱਚ ਰੱਬੀ ਰਾਹ ਉੱਤੇ ਤੁਰਨ ਵਾਲਿਆਂ ਲਈ ਗੁਰਦੇਵ ਨੇ ਵਰਤੇ ਹਨ। ਭਗਤ ਸ਼ਬਦ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਸਾਧ ਸ਼ਬਦ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਆਇਆ ਹੈ। ਜਨ ਸ਼ਬਦ ਸਾਹਿਬ ਜੀ ਦੀ ਬਾਣੀ ਵਿੱਚ ਬੇਅੰਤ ਥਾਵਾਂ ਤੇ ਸਤਿਗੁਰੂ ਜੀ ਨੇ ਦਰਜ ਕੀਤਾ ਹੈ। ਜਿਸ ਜਿਸ ਸਭਿਅਤਾ ਵਿੱਚ ਜਿਹੜੇ ਜਿਹੜੇ ਸ਼ਬਦ ਵਰਤੇ ਗਏ, ਦਰਵੇਸ਼ ਸ਼ਬਦ, ਸ਼ੇਖ ਸ਼ਬਦ, ਇਹ ਸਾਰੇ ਸ਼ਬਦ ਸਾਨੂੰ ਬਾਣੀ ਵਿੱਚੋਂ ਪ੍ਰਾਪਤ ਹੁੰਦੇ ਨੇ। ਕਮਾਲ ਕੀਤੀ ਪਾਤਸ਼ਾਹ ਨੇ ਜਿੱਥੇ ਸ਼ਬਦ ਵਰਤੇ ਗੁਰਬਾਣੀ ਵਿੱਚ, ਉੱਥੇ ਇਹਨਾਂ ਦੀ ਜੋ ਅਧਿਆਤਮਕ ਵਿਆਖਿਆ ਹੈ, ਜਿਸ ਅਵਸਥਾ ਵਿੱਚ ਗੁਰਮੁਖ ਜਨ ਰੱਬੀ ਪਿਆਰ ਵਿੱਚ ਜੁੜੀਆਂ ਹੋਈਆਂ ਰੂਹਾਂ ਵਿਚਰਦੀਆਂ ਨੇ, ਉਸ ਅਵਸਥਾ ਦਾ ਤੇ ਉਹਨਾਂ ਗੁਣਾਂ ਦਾ ਜ਼ਿਕਰ ਵੀ ਸਤਿਗੁਰੂ ਨੇ ਗੁਰਬਾਣੀ ਵਿੱਚ ਆਪ ਕੀਤਾ ਹੈ। ਹਾਲਾਂਕਿ ਕਈ ਥਾਵਾਂ ਤੇ ਮਹਾਰਾਜ ਜੀ ਨੇ ਜਦੋਂ ਅੰਦਰ ਦੀ ਕਮਾਈ ਦਾ ਜ਼ਿਕਰ ਕੀਤਾ ਨਾ, ਤਾਂ ਇਹ ਗੱਲ ਵੀ ਕਲੀਅਰ ਸਪਸ਼ਟ ਕਰ ਦਿੱਤੀ ਕਿ ਭਾਵੇਂ ਸਾਨੂੰ ਲੱਗਦਾ ਵੀ ਬਾਹਰ ਦੇ ਨਾਮ ਵੱਖਰੇ ਨੇ, ਪਰ ਅੰਦਰ ਦੀ ਕਮਾਈ ਸਾਰਿਆਂ ਦੀ ਇੱਕੋ ਹੀ ਹੈ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ। ਭਗਤ ਸਤਿਗੁਰੂ ਪੁਰਖ ਉਹੀ ਬਣ ਸਕਦਾ ਹੈ, ਸਾਧ ਸੰਤ ਉਹੀ ਬਣ ਸਕਦਾ ਹੈ, ਉਹੀ ਹੈ ਜਿਹਨੂੰ ਰੱਬ ਦੀ ਰਜ਼ਾ, ਵਾਹਿਗੁਰੂ ਦਾ ਹੁਕਮ, ਪਰਮੇਸ਼ਵਰ ਦਾ ਭਾਣਾ ਚੰਗਾ ਲੱਗਦਾ। ਫਿਰ ਵੀ ਜਿਨ੍ਹਾਂ ਨਾਵਾਂ ਨਾਲ ਆਮ ਸਭਿਅਤਾਵਾਂ ਵਿੱਚ ਇਹਨਾਂ ਲੋਕਾਂ ਨੂੰ ਸਤਿਕਾਰ ਦਿੱਤਾ ਜਾਂਦਾ ਸੀ, ਮਹਾਰਾਜ ਨੇ ਉਹ ਵਰਤਦਿਆਂ ਵੀ ਸੰਕੋਚ ਨਹੀਂ ਕੀਤਾ, ਲੇਕਿਨ ਨਾਲ ਇੱਕ ਵਿਆਖਿਆ ਦਿੱਤੀ। ਕੁਦਰਤੀ ਗੱਲ ਹੈ, ਜਦੋਂ ਕੀਮਤੀ ਚੀਜ਼ ਸੰਸਾਰ ਵਿੱਚ ਪ੍ਰਗਟ ਹੁੰਦੀ ਹੈ, ਅਸਲੀਅਤ ਦੇ ਬਾਜ਼ਾਰ ਵਿੱਚ ਆਉਣ ਤੋਂ ਪਹਿਲਾਂ ਉਹਦੀ ਡੁਪਲੀਕੇਟ ਕਾਪੀ, ਉਹਦੀ ਨਕਲ ਜਿਹੜੀ ਹੈ ਪਹਿਲਾਂ ਮਾਰਕੀਟ ਵਿੱਚ ਪ੍ਰਸਾਰੀ ਜਾਂਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਸੁਚੇਤ ਕਰਨ ਵਾਸਤੇ ਜਿਹੜੇ ਜਿਹੜੇ ਸ਼ਬਦ ਵੀ ਬਾਣੀ ਵਿੱਚ ਵਰਤੇ ਨੇ, ਬਾਕਾਇਦਾ ਉਹਨਾਂ ਦੀ ਵਿਆਖਿਆ ਆਪ ਹੀ ਸ਼ਬਦ ਵਿੱਚ ਲਿਖ ਦਿੱਤੀ ਹੈ। ਭਗਤ ਕੌਣ ਹੋ ਸਕਦਾ ਹੈ, ਸਤਿਗੁਰੂ ਕੌਣ ਹੋ ਸਕਦਾ ਹੈ, ਸਾਧ ਕੌਣ ਹੋ ਸਕਦਾ ਹੈ, ਪਰ ਬੜੇ ਖੁੱਲੇ ਸ਼ਬਦਾਂ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ। ਜਦੋਂ ਗੁਰੂ ਸ਼ਬਦ ਦੀ ਵਿਆਖਿਆ ਸਾਹਿਬ ਨੇ ਕੀਤੀ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਓ। ਕੱਲਾ ਇਹ ਨਹੀਂ ਕਿ ਆਪਣੇ ਨਾਮ ਨਾਲ ਇਹ ਸ਼ਬਦ ਲਾ ਕੇ ਕੋਈ ਗੁਰੂ ਬਣ ਕੇ ਬਹਿ ਜਾਏ। ਗੁਰੂ ਦੀ ਅਸਲ ਵਿਆਖਿਆ ਜਿਨਨੇ ਵਾਕਈ ਸੱਚੇ ਪ੍ਰਮਾਤਮਾ ਨੂੰ ਅੰਦਰੋਂ ਜਾਣਿਆ ਹੈ, ਉਹਦੇ ਨਾਲ ਅੰਦਰੋਂ ਜੁੜ ਕੇ ਸਾਂਝ ਬਣਾਈ ਹੈ, ਔਰ ਫਿਰ ਆਪ ਜਿਸ ਮਾਰਗ ਉੱਤੇ ਤੁਰ ਪਿਆ, ਸੰਸਾਰ ਨੂੰ ਹੌਕਾ ਦੇ ਕੇ ਉਸ ਮਾਰਗ ਦੇ ਪਾਂਧੀ ਬਣਾਉਣ ਵਾਸਤੇ ਯਤਨ ਅਤੇ ਉਪਰਾਲਾ ਕਰਦਾ ਹੈ। ਤਿਸ ਕਾ ਸੰਗ ਸਿਖ ਉਦਰੈ, ਉਹਦਾ ਸੰਗ ਮਾਣ ਕੇ ਬਾਕੀਆਂ ਨੂੰ ਵੀ ਮਾਰਗ ਦਰਸ਼ਨ ਪ੍ਰਾਪਤ ਹੁੰਦਾ ਹੈ, ਵਾਹਿਗੁਰੂ ਜੀ ਦੇ ਦਰ ਪਹੁੰਚਣ ਦਾ ਰਾਹ ਲੱਭਦਾ ਹੈ। ਇਹ ਗੁਰੂ ਦੀ ਪਦਵੀ ਹੈ। ਪਰ ਜਿਹਦੇ ਮੱਥੇ ਲੱਗ ਕੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਿਧਾ ਬਿਨਸ ਜਾਏ, ਹਰ ਪਰਮ ਪਦ ਲਈਏ। ਉਸੇ ਪ੍ਰਣਾਲੀ ਵਿੱਚੋਂ, ਉਹਨਾਂ ਹੀ ਸ਼ਬਦਾਵਲੀ ਵਿੱਚੋਂ ਅੱਜ ਦਾ ਜਿਹੜਾ ਸ਼ਬਦ ਆਇਆ ਉਹ ਹੈ ਸੰਤ। ਇਹ ਸ਼ਬਦ ਵੀ ਬੜਾ ਪੂਜਨੀਕ ਹੈ, ਸਤਿਕਾਰਿਆ ਹੋਇਆ ਸ਼ਬਦ ਹੈ, ਔਰ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਇਸ ਸ਼ਬਦ ਦੀ ਬਹੁਤ ਸਾਹਿਬ ਨੇ ਗੱਲ ਕੀਤੀ। ਆਪਾਂ ਜਦੋਂ ਗੁਰਬਾਣੀ ਦੇ ਚਾਨਣ ਵਿੱਚ ਸ਼ਬਦ ਦੀ ਵਿਆਖਿਆ ਲੱਭਾਂਗੇ ਤੇ ਤਕਰੀਬਨ 4 ਅਰਥਾਂ ਵਿੱਚ ਸਾਹਿਬ ਨੇ ਸ਼ਬਦ ਨੂੰ ਵਰਤਿਆ। ਇੱਕ ਸੰਤ ਸ਼ਬਦ ਗੁਰਦੇਵ ਨੇ ਪਾਵਨ ਬਾਣੀ ਵਿੱਚ ਗੁਰੂ ਸਾਹਿਬ ਵਾਸਤੇ ਵਰਤਿਆ। ਸੰਤਨ ਮੋਕੋ ਕੁੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ। ਗੁਰੂ ਨੇ ਮੈਨੂੰ ਗੁਣਾਂ ਦੀ ਦਾਤ ਦੇ ਕੇ ਨਿਵਾਜ ਦਿੱਤਾ, ਬਖਸ਼ਿਸ਼ ਕਰ ਦਿੱਤੀ, ਨਾਮ ਦੀ ਦਾਤ ਦੇ ਦਿੱਤੀ, ਜਿਸ ਦੀ ਕਿਰਪਾ ਨਾਲ, ਬਖਸ਼ਿਸ਼ ਨਾਲ ਮਨ ਵਿੱਚੋਂ ਸਾਰੇ ਧੋਖੇ ਭਰਮ ਭੁਲੇਖੇ ਲਹਿ ਗਏ। ਦੂਜੇ ਨੰਬਰ ਉੱਤੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਸੰਤ ਸ਼ਬਦ ਜਿਹੜਾ ਉਹ ਆਮ ਗੁਰੂ ਕੀ ਸੰਗਤ ਵਾਸਤੇ ਵੀ ਵਰਤਿਆ ਗਿਆ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ। ਜਿੰਨੇ ਵੀ ਸਤਸੰਗੀ ਸੰਗਤ ਵਿੱਚ ਆ ਕੇ ਸਜਦੇ ਨੇ, ਬੈਠਦੇ ਨੇ, ਸੱਚ ਦੇ ਮਾਰਗ ਦੇ ਪਾਂਧੀ ਬਣਦੇ ਹਨ, ਉਹਨਾਂ ਨੂੰ ਵੀ ਸਾਹਿਬ ਸੱਚੇ ਪਾਤਸ਼ਾਹ ਨੇ ਸੰਤ ਸ਼ਬਦ ਕਹਿ ਕੇ ਸਤਿਕਾਰਿਆ।
और यही संत शब्द तीजे नंबर उत्ते सच नूं कमाउण वाले, सच दे मार्ग उत्ते तुरन वाले जग्यासू वास्ते भी, सिंगल परसन वास्ते भी साहब ने शब्द वरते हैं। जदों गुरु अमरदास महाराज सानू रोज आवाज दे के कहते आवो संत प्यारिओ अकथ की करे कहानी, करे कहानी अकथ केरी कित द्वारे पाईए। उथे संत शब्द जिहड़ा है जिवें अज गुरु अर्जन पिता महाराज ने वरते, जिन्ना सास गिरास न विसरै, हर नामा मन मंत धन से सही नानका पूरन सोई संत। चौथे नंबर उत्ते इसे शब्द की वरतों सतगुरु जी ने परमात्मा अकाल पुरख लई भी कीती है। सतगुरु पंचम पातशाह जी दे पावन बचन पढ़दे हां, भाग हुआ गुर संत मिलाया, मेरा भाग जाग पिया, गुरु ने कृपा करके मैनू संत मिला दिता। हुण गुरु किहड़े संत नूं मिलाउंदा है? गुरु मिलाउंदा है परमात्मा नूं, अकाल पुरख नूं। उथे जिहड़ा संत शब्द है रब वास्ते अकाल पुरख लई वरतिया गया। गुरु ने मेहर कीती, अपना तरस करके ज्ञान दे के सोझी दे के मैनू रब रूपी संत नाल मिला दिता है। सतगुरु संत मिलाया मस्तक धर के हाथ, गुरु अर्जन पिता महाराज जी उन्हां दे पावन बचन हन कि सतगुरु जी ने अपना मेरा भरिया हाथ रख के मैनू रब रूप संत मिला दिता है। हुण इन्नी कीमती पंक्तियां गुरबाणी विचों आपां विचारीਆਂ ने, पर एडा वड्डा सत्कार सतगुरु जी की पवित्र बाणी विच महाराज जी ने संत नूं बख्शिश कीता है। किन्नियां थावां ते अरदास कीती गई, हम संतन की रेण प्यारे, हम संतन की शरणा, संत हमारी ओट सतानी, संत हमारा गहना। पर आपां रोज गुरु चरनां विच जो नेम सतगुरु जी ने सानूं बना के दिता है, असीं ओह नेम निभाउंदे हां। रात नूं सौण वेले जदों गुरसिख साहब जी की बख्शे मर्यादा अनुसार सोहला साहब का पाठ करता है, ते अखीर में जाके इत्थे ही साडी गल मुकदी है कि अंतरजामी पुरख विदाते शरधा मन की पूरे, नानक दास यह सुख मंगै। सब तो वड्डा सुख की मंगिया, मोको कर मेहर कर मैनू गुरमुखां दी, संतां दी, रब दे राह ते चरण तुरन वालियां दे चरनां दी खाक धूड़ी बना दे, भाव उन्हां वर्गा जीवन मेरा बन जाए। एडा वड्डा मान है, इन्ना वड्डा सत्कार है। उथे महाराज ने कृपा कीती बाणी विच जिथे इस शब्द नूं सलाया है, उथे संसार नूं सुचेत होण दी भी प्रेरणा कीती। कबीर साहब दे जदों बचन पढ़दे आ ना, उन्हां फिर दो तरह दे बोल गुरबाणी विच बख्शिश कीते ने। एक पासे तां सानू ये सेध दित्ती कि मैनू कबीर नूं भी नाम दी रंगत जिहड़ी लगी है, ये संतां दी संगत विचों ही प्राप्ति हुई। संतन संग कबीरा बिगड़ियो, सो कबीर रामे होए निबरे। संतां दी शोभत विच बैठ के कबीर नूं सच दी सोझी आई। संतां दी कृपा नाल कबीर जिहड़ा रब दा रूप हो गया, परमात्मा दी नेड़ता प्राप्त कर लई। पर जदों गुणां तो कोई खाली होके अडंबर रचदा है, दिखावा करदा है और महज कला पहरावा पा के संसार नूं ठगण दी वृत्ति लैके बैठा होया है, फिर कबीर साहब ने यह शब्द वरत के देखो कमाल दी गल है। सतगुरु दी बाणी विच संत शब्द जिहड़ा वो नैगेटिव रूप में जदों आया ना, तां वो सिर्फ पखंडी मनुख वास्ते आया, संगत लई भी नहीं आया क्योंकि संगत पखंड नहीं करदी। रब लई भी नहीं आया, रब पखंड नहीं करदा। गुरु लई भी नहीं आया, गुरु पखंड नहीं करदा। लेकिन आम बंदे वास्ते जदों वो ठगण दी विरती नाल, लोकां नूं लुੱਟਣ दी विरती नाल कल्ली पोशाक पा के बाहर दा अडंबर रच के दिखावा करके इस पदवी नूं मल्लण दी कोशिश करदा है, फिर उत्थे कबीर साहब ने कहा, गज साडे तै तै धोतियां तेरे पायन तग, गली जिन्हां जपमालियां लोटे हाथ निबग, कोई हर के संत ना आखियां बनारस के ठग। उन्हां नूं फिर रब दे संत नहीं कहा जा सकदा, परमात्मा दे संत नहीं कहा जा सकदा, जिहड़े लोकां नूं ठगण वास्ते कला बाहर दा दिखावा अडंबर रच के संसार नूं लुੱਟਣ दी यतन करदे ने। उत्थे फिर कबीर साहब ने सुचेत कीता, आपने कहा कि मैं संत तो कुर्बान जांदा है क्योंकि संतां दे राही मैनूं सच दी सोझी आई है, लेकिन संसार नूं दस दिता भलिओ भुलेखे विच भरम विच ना रहना। जिवें भाई गुरदास जी ने कहा, चिट्टे दिसन छा दुध साधो गुण गाखे। लस्सी अते दुध दोवें बाहरों देखण नूं इक्को जिहे लगदे ने, कलर दोवां दा सेम है, लेकिन परख तो बिना
ਮਨੁੱਖ ਨੂੰ ਸਮਝ ਨਹੀਂ ਆਏਗੀ, ਭੁਲੇਖੇ ਵਿੱਚ ਰਹੇਗਾ। ਰੱਬੀ ਪਿਆਰ ਵਿੱਚ ਤੁਰਨ ਵਾਲਾ ਇਸ ਗੱਲ ਦੀ ਪਰਖ ਕਰ ਲੈਂਦਾ ਹੈ ਵੀ ਲੱਸੀ ਦੀ ਕੀਮਤ ਕੀ ਹੈ ਅਤੇ ਦੁੱਧ ਦੀ ਕੀਮਤ ਕੀ ਹੈ। ਬਾਹਰੋਂ ਦੋਵਾਂ ਦਾ ਇੱਕੋ ਜਿਹਾ ਰੂਪ ਹੈ। ਤੇ ਜੇ ਪਰਖ ਨਾ ਹੋਵੇ ਗੁਰਬਾਣੀ ਦੇ ਚਾਨਣ ਵਿੱਚ, ਫਿਰ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ। ਬੜਾ ਕੀਮਤੀ ਜੀਵਨ ਮਿਲਿਆ। ਇਵੇਂ ਠੱਗਾਂ ਦੇ ਲੜ ਲੱਗ ਕੇ ਜ਼ਿੰਦਗੀ ਕੀਮਤੀ ਵੀ ਬੇਅਰਥ ਚਲੀ ਜਾਂਦੀ ਹੈ ਜਦੋਂ ਸਮਝ ਨਾ ਹੋਵੇ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ। ਜੇ ਮੈਨੂੰ ਪਤਾ ਹੁੰਦਾ, ਸੱਚ ਦੀ ਸੋਝੀ ਹੁੰਦੀ, ਪਰਖ ਹੁੰਦੀ ਗੁਰਬਾਣੀ ਦੇ ਚਾਨਣ ਵਿੱਚ, ਫਿਰ ਜਨਮ ਨਾ ਦਿੰਦੀ ਅੰਗ। ਮੈਂ ਉਹਦੇ ਨੇੜੇ ਨਹੀਂ ਸੀ ਟੁਕਣਾ ਜਿਹੜਾ ਕਪਟ ਕਰਕੇ ਦਿਖਾਵਾ ਕਰਕੇ ਬੈਠਾ ਹੋਇਆ। ਹੁਣ ਇਹ ਪਰਖ ਕਿੱਥੋਂ ਲੱਭੀ ਜਾਣੀ ਹੈ? ਸਤਿਗੁਰੂ ਨੇ ਅੱਜ ਦੇ ਪਾਵਨ ਬਚਨਾਂ ਵਿੱਚ ਕਿਰਪਾ ਕੀਤੀ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ। ਸਵਾਸ ਲੈਂਦੇ ਆਪਾਂ, ਸਾਡੇ ਜੀਵਨ ਦੀ ਬਹੁਤ ਕੀਮਤੀ ਪ੍ਰਕਿਰਿਆ ਹੈ, ਕਿਉਂਕਿ ਇਹਦੇ ਆਧਾਰ ਉੱਤੇ ਜ਼ਿੰਦਗੀ ਚੱਲ ਰਹੀ ਹੈ। ਗਰਾਸ ਦਾ ਅਰਥ ਹੈ ਇਸ ਸਰੀਰ ਨੂੰ ਚਲਾਉਣ ਵਾਸਤੇ ਗਰਾਹੀ ਰੋਟੀ ਖਾਂਦੇ ਆ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਸਵਾਸ ਸਵਾਸ ਹਰ ਵੇਲੇ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਮੰਤਰ ਭੁੱਲਦਾ ਹੀ ਨਹੀਂ ਹੈ, ਹਰ ਵੇਲੇ ਚੇਤੇ ਹੈ, ਹਰ ਵੇਲੇ ਸੁਰਤ ਵਿੱਚ ਟਿਕਿਆ ਹੋਏ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਮਨ ਅੰਦਰ ਹਮੇਸ਼ਾ ਪਰਮੇਸ਼ਵਰ ਦਾ ਮੰਤਰ ਹੈ, ਅਕਾਲ ਪੁਰਖ ਦਾ ਨਾਮ ਟਿਕਿਆ। ਸਤਿਗੁਰੂ ਕਹਿੰਦੇ ਉਹਨਾਂ ਲਈ ਸਤਿਕਾਰ ਹੈ। ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਆ ਵਿਆਖਿਆ ਪੂਰਨ ਸੰਤ ਨੇ, ਰੱਬੀ ਪਿਆਰ ਵਿੱਚ ਜੁੜੇ ਹੋਏ ਨੇ। ਫਿਰ ਹੋਰ ਪੁੱਛੀਏ, ਧੰਨ ਗੁਰੂ ਅਰਜਨ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ਼ਬਦ ਦੀ ਵਿਆਖਿਆ ਦਿੱਤੀ ਨਾ, ਫਿਰ ਸ਼ਲੋਕ ਸੰਸਕ੍ਰਿਤੀ ਵਿੱਚ 6 ਲੱਛਣ ਦੱਸ ਦਿੱਤੇ। ਖਟ ਲੱਛਣ 6 ਗੁਣ ਨੇ ਪੂਰਨ ਸੰਤ ਦੇ, ਰੱਬੀ ਰਾਹ ਤੇ ਤੁਰਨ ਵਾਲੇ ਦੇ, ਸਾਧ ਦੇ, ਗੁਰਮੁਖ ਦੇ। ਉਹਨਾਂ ਵਿੱਚ ਸਭ ਤੋਂ ਪਹਿਲੀ ਗੱਲ ਕਰਦੇ ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ। ਕਹਿੰਦੇ ਪਹਿਲਾ ਗੁਣ ਹੈ ਜਿਹੜਾ ਇੱਥੇ ਬਿਆਨ ਕੀਤਾ ਪੰਚਮ ਪਾਤਸ਼ਾਹ ਨੇ, ਉੱਥੇ ਵੀ ਉਹ ਗੱਲ ਕੀਤੀ ਕਿ ਉਹਦੇ ਮਨ ਵਿੱਚ ਹਮੇਸ਼ਾ ਪਰਮੇਸ਼ਵਰ ਦਾ ਨਾਮ ਮੰਤਰ ਹੈ। ਉਹਦਾ ਜਿਹੜਾ ਧਿਆਨ ਹੈ ਨਾ, ਸਰਬ ਵਿਆਪੀ ਪਰਮਾਤਮਾ ਵਿੱਚ ਟਿਕਿਆ ਹੋਇਆ, ਸਾਰਿਆਂ ਵਿੱਚੋਂ ਰੱਬ ਨੂੰ ਦੇਖ ਰਿਹਾ ਔਰ ਸੰਸਾਰ ਨੂੰ ਵੀ ਦਿਖਾ ਰਿਹਾ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਤੇ ਜੇ ਇਸ ਰਾਹ ਤੇ ਤੁਰਿਆ ਨਹੀਂ ਤੇ ਬੰਦਾ ਫਿਰ ਗੱਪਾਂ ਮਾਰਦਾ, ਕਪਟ ਕਰਦਾ, ਲੋਕਾਂ 'ਚ ਦਿਖਾਵਾ ਕਰਦਾ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਨਨਾਥਪੁਰੀ ਗਏ, ਸਤਿਗੁਰੂ ਨੇ ਸੱਚ ਦਾ ਹੋਕਾ ਦਿੱਤਾ, ਦੱਸਿਆ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਜਗਤ ਦਾ ਨਾਥ ਕੌਣ ਹੈ? ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ, ਸਾਰੀ ਕੁਦਰਤ ਨੂੰ ਸੰਭਾਲ ਰਿਹਾ, ਜਿਹਦੇ ਬਾਰੇ ਆਪਾਂ ਰੋਜ਼ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਉਹਦੀ ਆਰਤੀ ਕਿਵੇਂ ਹੋਣੀ ਹੈ, ਕਿਸ ਰੂਪ ਵਿੱਚ ਹੋ ਰਹੀ ਹੈ ਕੁਦਰਤ ਅੰਦਰ, ਉਹ ਗੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਸਮਝਾਈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉੱਥੋਂ ਦੇ ਕੁਝ ਲੋਕ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ, ਮਹਾਰਾਜ ਇੱਥੇ ਇੱਕ ਹੋਰ ਸੰਤ ਬੜੇ ਪੁੱਗੇ ਹੋਏ, ਪਹੁੰਚੇ ਹੋਏ ਨੇ, ਜਿਹਦਾ ਨਾਮ ਇਤਿਹਾਸਕਾਰਾਂ ਨੇ ਕਲਯੁਗੀ ਪਾਂਡਾ ਲਿਖਿਆ। ਕਹਿੰਦੇ ਉਹਨਾਂ ਦੇ ਸਾਨੂੰ ਦਰਸ਼ਨ ਕਰਨੇ ਚਾਹੀਦੇ ਨੇ। ਸਾਹਿਬ ਜੀ ਚਲੇ ਗਏ ਭਾਈ ਮਰਦਾਨਾ ਜੀ ਸਮੇਤ। ਜਦੋਂ ਉੱਥੇ ਜਾ ਕੇ ਵੇਖਿਆ ਤੇ ਸੰਤ ਜੀ ਅੱਖਾਂ ਬੰਦ ਕਰਕੇ ਬੈਠੇ ਤੇ ਦਾਅਵਾ ਕਰ ਰਹੇ ਨੇ ਵੀ ਸਾਨੂੰ ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਕਿੰਨੀਆਂ ਪੁਰੀਆਂ ਦੇ ਦਰਸ਼ਨ ਇੱਥੇ ਬੈਠ ਕੇ ਅੱਖਾਂ ਬੰਦ ਕਰਕੇ ਹੋ ਰਹੇ ਨੇ। ਜਿਹੜਾ ਵੀ ਸਾਡੇ ਕੋਲ ਆ ਕੇ ਬੈਠੇਗਾ, ਸਾਡੀ ਗੱਲ ਮੰਨੇਗਾ, ਸੁਣੇਗਾ, ਉਹਨੂੰ ਵੀ ਨਾ ਪੁਰੀਆਂ ਦੇ ਦਰਸ਼ਨ ਹੋ ਜਾਣਗੇ। ਹੁਣ ਕਈ ਪ੍ਰਕਾਰ ਦੀਆਂ ਗੱਲਾਂ ਪ੍ਰਚਾਰੀਆਂ ਨੇ, ਜਿਵੇਂ ਧਰਮ ਦੀ ਦੁਨੀਆ ਵਿੱਚ ਜਜ਼ਬਾਤੀ ਹੋ ਕੇ ਸਾਡੀ ਝੋਲੀ ਪਾਈਆਂ ਜਾਂਦੀਆਂ ਨੇ। ਸ਼ਰਧਾ ਬੜੀ ਜ਼ਰੂਰੀ ਹੈ। ਭਾਵਨਾ ਨਾਲ ਹੀ, ਅਕੀਦੇ ਨਾਲ ਹੀ ਧਰਮ ਨੂੰ ਕਮਾਇਆ ਜਾਂਦਾ ਹੈ, ਧਰਮ ਨੂੰ ਜ਼ਿੰਦਗੀ ਵਿੱਚ ਹੰਡਾਇਆ ਜਾਂਦਾ ਹੈ। ਪਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸ਼ਰਧਾ ਨੂੰ, ਗਿਆਨ ਦੇ ਨੇਤਰ ਖੋਲ ਕੇ ਫਿਰ ਸ਼ਰਧਾ ਦੀ ਗੱਲ ਸਾਹਿਬ ਨੇ ਬਾਣੀ ਵਿੱਚ ਕੀਤੀ ਹੈ। ਸੇਧ ਦਿੱਤੀ, ਸੱਚ ਦੀ ਸੋਝੀ ਦਿੱਤੀ ਪਹਿਲਾਂ, ਤੇ ਜਦੋਂ ਸੱਚ ਦੀ ਸੋਝੀ ਆ ਜਾਏ, ਪੂਰੇ ਦੀ ਸਮਝ ਆ ਜਾਏ, ਫਿਰ ਪੂਰੇ ਦੇ ਉੱਤੇ ਆਪਣਾ ਅਕੀਦਾ ਪੂਰਨ ਤੌਰ ਤੇ ਟਿਕਾਉਣਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਨੇ ਵੇਖਿਆ ਵੀ ਬੰਦਾ ਦਿਨ ਦਿਹਾੜੇ ਲੋਕਾਂ ਨੂੰ ਠੱਗ ਰਿਹਾ ਔਰ ਸ਼ਰਤਾਂ ਰੱਖ ਦਿੰਦਾ ਹੈ ਕਿ ਇੰਦਰਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਦੇ ਦਰਸ਼ਨ ਉਹਨਾਂ ਨੂੰ ਹੋਣਗੇ ਜਿਨ੍ਹਾਂ ਦਾ ਮਨ ਸਾਫ਼ ਹੋਏਗਾ। ਅੱਜ ਵੀ ਤੁਸੀਂ ਵੇਖੋ, ਇਸ ਗੱਲ ਨੂੰ ਮੰਨਣ ਲਈ ਕੋਈ ਤਿਆਰ ਹੈ ਬੰਦਾ? ਸਾਰੀ ਜ਼ਿੰਦਗੀ ਹਰ ਬੰਦੇ ਦਾ ਜ਼ੋਰ ਇਹੀ ਲੱਗਾ ਹੋਇਆ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਬੰਦਾ ਧਰਮ ਕਮਾਏ ਜਾਂ ਨਾ ਕਮਾਏ, ਸੱਚ ਨੂੰ ਹਿਰਦੇ ਵਿੱਚ ਵਸਾਏ ਜਾਂ ਨਾ ਵਸਾਏ, ਲੇਕਿਨ ਦੁਨੀਆ ਵਿੱਚ ਧਾਰਮਿਕ ਬਣ ਕੇ ਵਿਚਰੇ, ਲੋਕ ਧਰਮ ਦੇ ਨਾਂ ਤੇ ਨੂੰ ਸਤਿਕਾਰ ਦੇਣ, ਇਹ ਅਵਸਥਾ ਹਰ ਇੱਕ ਬੰਦਾ ਚਾਹੁੰਦਾ ਜ਼ਿੰਦਗੀ ਵਿੱਚ। ਹੁਣ ਵਿੱਚੋਂ ਇੱਕ ਆਧੇ ਕਿਸੇ ਨੂੰ ਪੁੱਛਦਾ ਖੜਾ ਕਰਕੇ ਵੀ ਤੈਨੂੰ ਦਰਸ਼ਨ ਹੋ ਰਹੇ ਨੇ, ਉਹਦੀ ਮਜਬੂਰੀ ਬਣ ਜਾਂਦੀ ਹੈ।
ਉਹਨੂੰ ਕਹਿਣਾ ਪੈਂਦਾ ਹਾਂਜੀ ਹੋ ਰਿਹਾ, ਨਹੀਂ ਹੋ ਰਿਹਾ ਤਾਂ ਫਿਰ ਸਿੱਧੀ ਜੀ ਗੱਲ ਹੈ ਵੀ ਤੇਰਾ ਮਨ ਸਾਫ਼ ਨਹੀਂ ਹੈ। ਜਦੋਂ ਇੱਕ ਨੇ ਵੀ ਹਾਂ ਕਰ ਦਿੱਤੀ ਤੇ ਕਈਆਂ ਦਾ ਵਿਸ਼ਵਾਸ ਹੋਰ ਵੱਜਦਾ, ਜੇ ਇਹਨੂੰ ਹੋ ਰਿਹਾ ਸਾਨੂੰ ਵੀ ਹੋਣਗੇ, ਸਾਡੇ ਵੀ ਦੁੱਖ ਕੱਟੇ ਜਾਣਗੇ, ਸਾਡੀ ਵੀ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਹੱਲ ਹੋ ਜਾਏਗਾ। ਸਾਧੂ ਜੀ ਦੇ ਨੇੜੇ ਹੋ ਕੇ ਬਹਿ ਕੇ ਸਾਧੂ ਜੀ ਦੇ ਗੜਵੇ ਵਿੱਚ ਮਾਇਆ ਵੀ ਪਾਉਂਦੇ ਨੇ, ਚੰਗੀ ਦੁਕਾਨ ਚੱਲ ਰਹੀ ਹੈ। ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ ਨਾ, ਕਰਮ ਧਰਮ ਪਾਖੰਡ ਜੋ ਦੀਸੈ ਤਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਰ ਨਿਮਖ ਸਿਮਰਤ ਜਿਤ ਛੂਟੈ। ਜਿਨ੍ਹਾਂ ਦੇ ਹਿਰਦੇ ਵਿੱਚ ਕਪਟ ਹੈ ਤੇ ਬਾਹਰੋਂ ਸੰਤ ਕਹਾਏ ਵਾਲੀ ਅਵਸਥਾ ਕਮਾਉਣ ਵਾਲੇ ਨੇ, ਜਿਹੜੇ ਗੁਰੂ ਨਾਨਕ ਦੇ ਘਰ ਨੇ, ਉਹਨਾਂ ਦਾ ਪਾਜ ਉਗੇੜਨ ਲੱਗਿਆ ਵੀ ਸੰਕੋਚ ਨਹੀਂ ਕੀਤਾ। ਮਹਾਰਾਜ ਕਿਸੇ ਵਿਰੋਧ ਤੋਂ ਨਹੀਂ ਡਰੇ। ਸਤਿਗੁਰੂ ਨੇ ਜਦੋਂ ਵੇਖਿਆ ਨਾ, ਸਾਧੂ ਜੀ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਭਾਈ ਮਰਦਾਨਾ ਜੀ ਨੂੰ ਹੁਕਮ ਕਰਕੇ ਜਿਹੜਾ ਗੜਵਾ ਸਾਹਮਣੇ ਪਿਆ ਸੀ ਉਹ ਚੁਕਵਾ ਦਿੱਤਾ। ਕੋਈ ਬਹੁਤਾ ਦੂਰ ਨਹੀਂ ਰੱਖਿਆ, ਪਿੱਛੇ ਜਾ ਕੇ ਝਾੜੀ ਵਿੱਚ ਲੁਕੋ ਦਿੱਤਾ। ਸਾਧੂ ਜੀ ਦੀਆਂ ਅੱਖਾਂ ਖੁੱਲੀਆਂ, ਵੇਖਿਆ ਵੀ ਮਾਇਆ ਨਹੀਂ ਪੈ ਰਹੀ, ਕੋਈ ਖੜਾਕ ਨਹੀਂ ਹੋ ਰਿਹਾ, ਤੇ ਦੇਖਦੇ ਨੇ ਸਾਹਮਣੇ ਗੜਵਾ ਹੀ ਨਹੀਂ ਹੈ। ਇੱਕਦਮ ਹੈਰਾਨ ਹੋ ਗਏ। ਸਾਹਮਣੇ ਬੈਠੇ ਲੋਕਾਂ ਨੂੰ ਕਹਿੰਦੇ, ਸੰਤਾਂ ਨਾਲ ਮਸਕਰੀ ਚੰਗੀ ਨਹੀਂ ਹੁੰਦੀ। ਜੇ ਤੁਹਾਨੂੰ ਮੈਂ ਬ੍ਰਹਮਪੁਰੀ, ਸ਼ਿਵਪੁਰੀ, ਇੰਦਰਪੁਰੀ ਤੱਕ ਲਿਜਾ ਸਕਦਾ ਤੇ ਮੇਰੇ ਕੋਲ ਤਾਕਤ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਪਲ ਵਿੱਚ ਭਸਮ ਵੀ ਕਰ ਸਕਦਾ। ਹੁਣ ਲੋਕ ਤਾਂ ਵਿਚਾਰੇ ਆਪਣੇ ਦੁੱਖਾਂ ਤੋਂ ਪੀੜਿਤ ਸਨ, ਦੁਖੀ ਸਨ, ਆਏ ਹੋਏ ਸਨ। ਸਾਧੂ ਜੀ ਨੇ ਹੋਰ ਚੱਕਰ ਪਾ ਦਿੱਤਾ ਕਿ ਜੇ ਕਿਤੇ ਸਾਧੂ ਜੀ ਦੀ, ਸੰਤ ਜੀ ਦੀ ਕਰੋਪੀ ਆ ਗਈ, ਅਸੀਂ ਸਰਾਪੇ ਗਏ ਤੇ ਸਾਡਾ ਕੀ ਬਣੇਗਾ। ਇੱਕ ਦੂਜੇ ਵਿੱਚ ਸਲਾਹ ਮਸ਼ਵਰਾ ਸ਼ੁਰੂ ਹੋ ਗਈ ਵੀ ਜੇ ਕਿਸੇ ਨੇ ਲਾਲਚ ਕਰਕੇ ਗੜਵਾ ਚੁੱਕਿਆ ਵੀ ਹੈ ਸਾਧੂ ਜੀ ਦਾ, ਉਹਨਾਂ ਨੂੰ ਵਾਪਸ ਮੋੜ ਦਿਓ। ਉਹਨਾਂ ਚਿਰ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੇ ਹੋਏ ਤੇ ਮਹਾਰਾਜ ਕਹਿੰਦੇ, ਸੰਤ ਜੀ ਲੋਕਾਂ ਨੂੰ ਕਿਉਂ ਤੰਗ ਕਰਦੇ ਹੋ? ਤੁਸੀਂ ਤਾਂ ਹੁਣ ਪਲ ਭਰ ਪਹਿਲਾਂ ਦਾਵਾ ਕੀਤਾ ਵੀ ਮੈਨੂੰ ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ, ਕਈ ਪੁਰੀਆਂ ਦੇ ਦਰਸ਼ਨ ਪ੍ਰਤੱਖ ਰੂਪ ਵਿੱਚ ਹੋ ਰਹੇ ਨੇ, ਆਪਣੇ ਜਗਿਆਸੂਆਂ ਨੂੰ ਵੀ ਮੈਂ ਕਰਵਾ ਰਿਹਾ। ਤੇ ਜੇ ਇਹ ਲੋਕ ਨਹੀਂ ਦੱਸਦੇ ਤਾਂ ਗੜਵਾ ਤਾਂ ਕਿਤੇ ਜਗਨਨਾਥਪੁਰੀ ਵਿੱਚ ਹੀ ਹੋਏਗਾ। ਕਿਸੇ ਨੇ ਚੁੱਕਿਆ ਤੇ ਕਿੰਨੀ ਕੁ ਯਾਤਰਾ ਕਿਸੇ ਨੇ ਕਰ ਲਈ ਹੋਣੀ। ਲੋਕਾਂ ਨੂੰ ਕਿਉਂ ਤੰਗ ਕਰਦੇ ਹੋ? ਆਪ ਹੀ ਨਿਗਾਹ ਮਾਰ ਕੇ ਵੇਖ ਲੋ। ਸਾਧੂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਸੱਚ ਸਾਹਮਣੇ ਆ ਗਿਆ। ਪਾਤਸ਼ਾਹ ਕਹਿੰਦੇ, ਐਸੇ ਵੀ ਲੋਕ ਸੰਸਾਰ ਵਿੱਚ, ਕਾਲ ਨਹੀਂ, ਜੋਗ ਨਹੀਂ। ਮਹਾਰਾਜ ਕਹਿੰਦੇ, ਇਹ ਸਮਾਂ ਨਹੀਂ ਹੈ ਲੋਕਾਂ ਨੂੰ ਠੱਗਣ ਦਾ, ਕਰਮ ਕਾਂਡ ਕਰਨ ਦਾ, ਦਿਖਾਵਾ ਕਰਨ ਦਾ। ਕਿੰਨੀ ਆਸਥਾ ਭਾਵਨਾ ਲੈ ਕੇ ਧਰਮ ਦੀ ਦੁਨੀਆ ਵਿੱਚ ਲੋਕ ਇੱਥੇ ਆ ਕੇ ਬੈਠੇ ਨੇ, ਤੇ ਅੱਗੋਂ ਬੰਦਾ ਲੁੱਟਣ ਵਾਲਾ ਉਸ ਰੂਪ ਦਾ ਹੋਵੇ ਜਿਹਦੀ ਗੱਲ 10ਵੇਂ ਪਾਤਸ਼ਾਹ ਮਹਾਰਾਜ ਨੇ ਕੀਤੀ ਕਿ ਆਖਣ ਭੀਤਰ ਤੇਲ ਕੋ ਡਾਰ, ਸੋ ਲੋਗਨ ਨੀਰ ਵਹਾਏ ਦਿਖਾਵੇ। ਜਿਹੜੇ ਅਖੌਤੀ ਨੇ ਨਾ, ਦੋਵੇਂ ਗੱਲਾਂ ਗੁਰਬਾਣੀ ਵਿੱਚ ਆ ਗਈਆਂ। ਪਹਿਲਾਂ ਦਾਸ ਨੇ ਗੱਲ ਕੀਤੀ, ਕਬੀਰ ਸਾਹਿਬ ਨੇ ਸੱਚੇ ਦੀ ਵੀ ਗੱਲ ਕੀਤੀ ਕਿ ਉਹਨਾਂ ਨਾਲ ਮਿਲ ਕੇ ਮੈਨੂੰ ਸੱਚ ਦੀ ਸੋਝੀ ਹੋਈ ਹੈ। ਔਰ ਏਡੇ ਮੁਬਾਰਕ ਜੀਵਨ ਨੂੰ ਹਟਾਉਂਦੇ ਨੇ ਜਿਹੜੇ ਵਾਕਈ ਸੱਚ ਨਾਲ ਜੁੜੇ ਹੋਏ ਨੇ ਕਿ ਕਬੀਰ ਸੰਤ ਮੂਹੇ ਕਿਆ ਰੋਈਆ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਵਾਪਰੇ ਜੋ ਹਟ ਹੈ ਹਟ ਵਿਕਾਏ। ਸੰਤ ਦੇ ਚਲਾਣੇ ਉੱਤੇ ਵੀ ਕਿਸੇ ਨੂੰ ਦੁੱਖ ਮਨਾਉਣ ਦੀ ਲੋੜ ਨਹੀਂ, ਕਿਉਂਕਿ ਸੰਤ ਇੱਥੇ ਵੀ ਨਿਜ ਘਰ ਵਿੱਚ ਟਿਕਿਆ ਤੇ ਸਰੀਰ ਦਾ ਚੋਲਾ ਸੰਕੋਚਣ ਵੇਲੇ ਵੀ ਸੰਤ ਜਿਹੜਾ ਰੱਬੀ ਯਾਦ ਵਿੱਚ ਜੁੜਿਆ ਹੋਇਆ। ਪਰ ਨਾਲ ਸੁਚੇਤ ਵੀ ਕੀਤਾ, ਕਹਿੰਦੇ ਪਖੰਡ ਤੋਂ ਬਚਣਾ ਹੈ। ਤੇ ਪਖੰਡੀ ਮਨੁੱਖ ਕਿਵੇਂ ਜਾਲ ਪਸਾਰ ਕੇ ਸ਼ਿਕਾਰੀ ਦੀ ਨਿਆਈ ਲੋਕਾਂ ਨੂੰ ਲੁੱਟਦਾ ਹੈ। ਦਸਮ ਪਾਤਸ਼ਾਹ ਮਹਾਰਾਜ ਕਹਿੰਦੇ, ਆਖਣ ਭੀਤਰ ਤੇਲ ਕੋ ਡਾਰ, ਸਰੋਂ ਦਾ ਤੇਲ ਅੱਖਾਂ ਵਿੱਚ ਪਾਇਆ, ਜਦੋਂ ਸੂਰਜ ਵੱਲ ਕੀਤੀਆਂ ਤੇ ਵਿੱਚੋਂ ਅਥਰੂ ਨਿਕਲਣ ਲੱਗ ਪਏ। ਨਾਲ ਦੇ ਚੇਲਿਆਂ ਨੇ ਉਸੇ ਵੇਲੇ ਹੀ ਇਹ ਪ੍ਰਚਾਰ ਕਰ ਦਿੱਤਾ ਵੀ ਬਾਬਾ ਜੀ ਦੇ ਨੇਤਰਾਂ ਦਾ ਤੇ ਨੀਰ ਹੀ ਨਹੀਂ ਰੁਕਦਾ, ਅਸਾਰ ਵਹਿੰਦਾ ਹੈ, ਰੱਬੀ ਯਾਦ ਵਿੱਚ ਜੁੜੇ ਹੋਏ ਨੇ। ਇਹ ਉਸ ਵੇਲੇ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ, ਆਖਣ ਭੀਤਰ ਤੇਲ ਕੋ ਡਾਰ, ਸੋ ਲੋਗਨ ਨੀਰ ਵਹਾਏ ਦਿਖਾਵੇ, ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਮਾਵੇ। ਉਸੇ ਡੇਰੇ ਵਿੱਚ ਜੇ ਕੋਈ ਧਨਵਾਨ ਬੰਦਾ ਆ ਜਾਂਦਾ ਹੈ, ਸਾਧੂ ਜੀ, ਸੰਤ ਜੀ ਆਪਣੇ ਆਪ ਨੂੰ ਅਖਵਾਉਣ ਵਾਲੇ ਫਿਰ ਅੱਗੇ ਹੋ ਕੇ ਮਿਲਦੇ ਨੇ, ਹੱਥੀਂ ਉਹਦੀ ਸੇਵਾ ਕਰਦੇ ਹਨ, ਕਿਉਂਕਿ ਕੁਝ ਨਾ ਕੁਝ ਦੇ ਕੇ ਜਾਏਗਾ। ਪਰ ਨਾਲ ਕਿਹਾ, ਜੋ ਧਨਹੀਨ ਲਖੈ ਤੇ ਦੇਤ ਨਾ। ਜੇ ਕੋਈ ਗਰੀਬ ਆ ਜਾਏ, ਲੋੜਵੰਦ ਆ ਜਾਏ, ਆਪਣੀਆਂ ਜ਼ਰੂਰਤਾਂ ਦੱਸੇ, ਆਪਣੀ ਧੀ ਬੱਚੇ ਦੇ ਵਿਆਹ ਲਈ ਕੋਈ ਮਦਦ ਲਈ ਮੰਗ ਕਰੇ, ਤਾਂ ਜਿਹੜੇ ਚੇਲੇ ਨੇ ਬਾਹਰੋਂ ਹੀ ਵਾਪਸ ਭੇਜ ਦਿੰਦੇ ਵੀ ਸਾਧੂ ਜੀ, ਸੰਤ ਜੀ ਸਮਾਧੀ ਲੀਨ ਹਨ, ਤੁਹਾਨੂੰ ਦਰਸ਼ਨ ਦੇਣ ਦਾ ਉਹਨਾਂ ਕੋਲ ਸਮਾਂ ਨਹੀਂ ਹੈ, ਫੇਰ ਆਇਓ ਕਿਸੇ ਵੇਲੇ। ਬੰਦੇ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ, ਪਰ ਸਾਧੂ ਜੀ ਨਹੀਂ ਮਿਲਦੇ, ਸੰਤ ਜੀ ਨਹੀਂ ਮਿਲਦੇ। ਮਹਾਰਾਜ ਨੇ ਕਿਹਾ ਕਿ ਜੇ ਧਨਹੀਨ ਲਖੈ ਤੇ ਦੇਤ ਨਾ, ਮੰਗਨ ਜਾਤ ਮੁਖੋਂ ਨਾ ਦਿਖਾਵੇ। ਸੰਸਾਰ ਦੇ ਲੋਕੋ ਸੁਚੇਤ ਰਹਿਣਾ, ਲੂਟਤ ਹੈ ਪਸ ਲੋਗਨ ਕੋ, ਕਬਹੂ ਨਾ ਪਰਮੇਸ਼ਵਰ ਕੇ ਗੁਣ ਗਾਵੇ। ਇਹ ਪਸ਼ੂਆਂ ਦੀ ਨਿਆਈ ਲੋਕਾਂ ਨੂੰ ਲੁੱਟਦੇ ਨੇ, ਸਿਰਫ ਰੱਬ ਦੇ ਗੁਣ ਨਹੀਂ ਗਾਉਂਦੇ। ਹੁਣ ਦੋਵੇਂ ਪੱਖ ਨੇ ਗੁਰਬਾਣੀ ਵਿੱਚ।
जिन्हां ने वाकई सच नूं हंडाया, सतगुरु के घर ने उन्हां नूं रज के मान दिता, सत्कार दिता। और गुरुदेव पिता पंचम पातशाह ने आप किया, संत शरण जो जन परै सो जन उदरनहार, संत की निंदा नानका बहुर बहुर अवतार। संत की शरण विच आ तां जो तेरा उधार हो सके, और जिहड़ा सच्चा मिलिया फिर उहदी निंदा नहीं करनी। जिन्हां गुर गोपिया अपना ते नर बुरियारी, हर जियो तिनका दर्शन ना करो पापिष्ट हत्यारी। जिन्हां ने गुरु नूं गोपिया, संत की निंदा नानका बहुर बहुर अवतार। पंचम पिता महाराज सच्चे पातशाह कहते सब तो पहला गुण है उहदा कि वह आप सरबत विचों परमेश्वर के दर्शन करदा है। उहदे मन विच इक्को ही मंत्र चल रहा है, जिन्हां सास विरास ना विसरै। उथे कहते मंत्रंग राम राम नामंग ध्यानंग सर्वत्र पूर्ण है। वह खास अपने डेरे विच आए हुए लोकां विचों रब नहीं देखदा। संत नूं समझ आ गई, अवल अल्लाह नूर पाया कुदरत के सब बंदे, एक नूर ते सब जग उपजिया कौन भले को मंदे। सारियां विच ही परमात्मा है। इवै बीठल उबै बीठल, बीठल बिन संसार ने। आपां कई बार उन्हां शख्सियतां नूं संत कह के सत्कार दिंदे आ जिन्हां ने इन्हां बचनां नूं कमाया जीवन विच। भाई कन्हैया जी दा जीवन वेखो, जर्रे जर्रे विचों हर कण विचों गुरु दे दर्शन हो रहे ने। ना को वैरी नहीं बेगाना, सगल संग हमको बनियाई। उन्हें बचन कमा लए जीवन विच कि मंत्रंग राम राम नामंग ध्यानंग सर्वत्र पूर्ण है। सारियां विच पूरे परमात्मा दा ध्यान है। फिर वो संत जिहड़ा है 5 साल दा भगत प्रहलाद भी हो सकता है, क्योंकि अंदर एहसास जाग गया मेरा पिता एक खास हद दा राजा है, इस करके रब नहीं हो सकता। रब ते सारे ब्रह्मंड दा राजा है, सारियां विच रमिया होया। वो फिर दृढ़ता नाल कह रहा कि नहीं छोड़ो रे बाबा, राम नाम मेरो और परणस्यो नहीं काम। दूजे नंबर उत्ते साहब कहते ज्ञानंग सम दुख सुखंग जुगत निर्मल निर्वैरण। उन्होंने ज्ञान आ गया, समझ आ गई, सुख अते दुख विच अपने जीवन नूं सम रखण दी गुरबाणी ने सेध दे दिती। जो नर दुख में दुख नहीं मानै, सुख सनेहर भै नहीं जाके कंचन माटी माने। हुण तुसीं सारा शब्द पढ़ोगे ना, श्लोक पूरा है, किते भी बाहर दे पहरावे दी दिखावे दी किते भी गल नहीं है। सारी गल सतगुरु ने बाणी विच गुणां दी कीती है, अंदर दी कीती है। कि दूजे नंबर उत्ते ज्ञानंग सम दुख सुखंग, उहदी जिंदगी विच दुख ते सुख बराबर ने, क्योंकि दोवें रब दी रज़ा विचों आए ने। उहदा जीवन बन गया संत दा आवत हरख ना जावत दुखा। जिवें साडी जिंदगी विच कोई प्राप्ति हुंदी है तां असीं अपने आपे तो बाहर हो जाते हैं। जब कछ पावत गर्व करत है, माया गई तो रोवन लगत है। लेकिन संत का जीवन बिल्कुल टिकिया हुआ है। आवत हरख ना जावत दुखा, ना व्यापै मन रोगनी। उन्हें अपनी जिंदगी विच दुख सुख दोने बराबर करके जान लिया। ज्ञानंग सम दुख सुखंग, फिर अगला जुगत निर्मल निर्वैरण है। उहदे जीवन की जुगत इन्नी निर्मल पवित्र है, वो निर्वैर जीवन है। कोई जैलसी नहीं, कोई ईर्खा नहीं, कोई अंदर ऐसी भावना नहीं, सारियां नूं सम दृष्ट वेखदा संसार अंदर। फिर महाराज कहते दयालंग सर्वत्र जिया। अगला गुण, वो संत सारे जीवां ते दया करदा है। कवि तुलसीदास ने कहा संत दा हिरदा ते हुंदा ही दयावान है। संत दा हिरदा इवें दा हुंदा जिवें दा मक्खन होवे, सॉफ्ट बिल्कुल कोमल। संत हृदा नवनीत समाना। पर यह गल लिखण तो बाद उन्हें इस गल नूं कट दिता, आप ही कहन लगा कहो कवने पर कहा ना जाना। कवि ने बयान ते कीता है, पर इहदे विच संपूर्णता नहीं है। संपूर्णता क्यों नहीं है? क्योंकि मक्खन का सुभाव है, जदों तक अपने आप नूं सेक ना लगे ना उदों तक पिंगलदा नहीं। पूरे घर नूं अग लग के पूरा घर सड़ जाए, फ्रिज विच मक्खन पिया उन्हें उवें ही रहना है। पर जदों आप नूं सेक वजेगा, आप नूं कोई तत्ता करेगा, फिर उन्हें पिंगलना है। लेकिन कहते रब दा प्यारा इवें दा नहीं है। वो तो जदों संसार नूं सड़दा वेखदा है ना, गुरु नानक साहब सच्चे पातशाह महाराज जिन्हां दी अजमत नूं असीं सारे नमस्कार करते हैं। सतगुरु का प्रकाश प्रभावना असीं बड़े प्यार नाल गावांगे गुरु की वडियाई विच कि जदों गुरु नानक ने संसार वल वेख्या, बाबा देखिया ध्यान धर जलदी सब पृथ्वी दिसाई। गुरु नानक नूं संसार जलदा दिसिया, ते जदों संसार जलदा होया दिसिया ते गुरु नानक जी अपने घर विच टिक ना सके। चढ़िया सोधन धरत लुकाई।
संत हृदय नवनीत समाना, कहो कवने पर कहा न जाना, निज प्रताप दरवै नवनीता, पर दुख दरवै संत पुनीता। संत जिहड़ा दूजियां दे घर नूं जलदा होया वेख के तरा तरा कर उठदा है, वो ते रब नूं भी कई वारी कह दिंदा, एती मार पई कर लाणे तै की दर्द नाल। वो रब अगे पुकारा करदा है। असल संत जिहड़ा जगत जलंदा रख लै अपनी कृपा धार, जित द्वारा उबरै तितै लिहो उबार। सड़दे होए संसार नूं, ईरखा दी दवैस दी अग विच सड़दे नूं, हे रब्बा कृपा कर, तू बचा सकदा है, अपने नाम दा छिट्टा दे के संसार दी राखी कर लै। जिवें सतगुरु जी ने ਇਹ ਸਾਨੂੰ ਸਿਧਾਂਤ ਦਿੱਤਾ, ਗੁਰੂ ਘਰ ਦੀ ਮਰਿਆਦਾ ਹੈ ਕਿ ਜਿੰਨੀ ਲੰਮੀ ਚੌੜੀ ਸਾਡੀ ਅਰਦਾਸ ਹੋ ਜੇ ਭਾਵੇਂ, ਪਰ ਅਖੀਰ ਵਿੱਚ ਜਾ ਕੇ ਰੱਬੀ ਵਿਧਾਨ, ਗੁਰਮਤ ਦੇ ਵਿਧਾਨ ਮਰਿਆਦਾ ਅਨੁਸਾਰ ਇੱਥੇ ਜਾ ਕੇ ਮੁਕਣੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਉਹ ਸਰਬਤ ਦੇ ਭਲੇ ਦੀ ਕਾਮਨਾ ਰੱਖਦਾ, ਕਿਉਂਕਿ ਦਿਆਲੰ ਸਰਬਤ ਰਜੀਆਂ। ਅਗਲਾ ਉਹਦਾ ਲੱਛਣ ਹੈ ਪੰਜ ਦੋਖ ਵਿਵਰਜਿਤ ਹੈ, ਕਾਮ क्रोध लोभ मोह हंकार, इन्हां पंज दोखां तो दूर है। हुण तुसीं देखो किन्ने अपने आप नूं संत अखवाउण वाले अज इन्हां पंज दोखां करके जेलां विच पए ने, क्योंकि पंज दोखां तो बचना जिन मारे पंज सूरवीर, ऐसो कौन बली रे, सतगुरु बाणी विच कहंदे संत ही हो सकदा असली संत, नहीं तां नाम अगे संत लगवा लिया, कुकर्म ऐसे कीते कि मुड़ के सारी जिंदगी जेल विच ही कटनी पई। पर यह संत कैसा है, ਜਦੋਂ ਗੁਰੂ ਨਾਨਕ ਸਾਹਿਬ ਸਿੰਗਲਾ ਦੀਪ ਜਾਂਦੇ ਨੇ ਨਾ, ਰਾਜਾ ਪਰਖ ਵਾਸਤੇ ਸੁੰਦਰ ਇਸਤਰੀਆਂ ਭੇਜ ਦਿੰਦਾ, ਮਹਾਰਾਜ ਉਹਨਾਂ ਦੇ ਸਿਰ ਉੱਤੇ ਚੁੰਨੀ ਦੇ ਕੇ ਕਹਿੰਦੇ, ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸਚ ਦੋਤ ਸਵਾਰ। ਬੇਟੀਓ, ਆ ਸਮਾਂ ਇਵੇਂ ਆਪਣੇ ਸਰੀਰ ਦੀ ਨੁਮਾਇਸ਼ ਕਰਨ ਦਾ ਨਹੀਂ ਹੈ, ਇਹ ਵੇਲਾ ਰੱਬ ਦੀ ਯਾਦ ਵਿੱਚ ਜੁੜਨ ਦਾ ਹੈ, ਕਿਉਂਕਿ ਬੜੀ ਕੀਮਤੀ ਮਨੁੱਖਾ ਦੇਈ ਮਿਲੀ ਹੈ। ਜਾਓ ਜਾ ਕੇ ਪ੍ਰਮਾਤਮਾ ਦੇ ਚਿੰਤਨ ਵਿੱਚ ਜੁੜੋ, ਰੱਬ ਦੀ ਯਾਦ ਵਿੱਚ ਜੁੜੋ। ਪੰਜ ਦੋਖ ਵਿਵਰਜਿਤ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਨੂਰ ਜਹਾਂ ਆਉਂਦੀ ਹੈ, ਜਹਾਂਗੀਰ ਬਾਦਸ਼ਾਹ ਆਪਣੀ ਬੇਟੀ ਦੀ ਉਮਰ ਦੀ ਨੂਰ ਜਹਾਂ ਨੂੰ ਕੱਢ ਕੇ ਲੈ ਕੇ ਆਉਂਦੇ, ਪਤੀ ਨੂੰ ਮਰਵਾ ਕੇ, ਲੇਕਿਨ ਸਤਿਗੁਰੂ ਜੀ ਦੀ ਹਮ ਉਮਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ, ਉਹਨੇ ਸ਼ਿੰਗਾਰ ਕੀਤਾ ਨੂਰ ਜਹਾਂ ਦਾ ਅਰਥ ਹੈ ਸਾਰੇ ਜਹਾਂ ਦਾ ਨੂਰ ਜਿਹੜਾ ਇੱਕ ਜਗ੍ਹਾ ਇਕੱਠਾ ਕੀਤਾ। ਲੇਕਿਨ ਜਦੋਂ ਮਹਾਰਾਜ ਦੇ ਦਰਬਾਰ ਵਿੱਚ ਆਉਂਦੀ, ਸਤਿਗੁਰੂ ਉਹਦੀ ਬਾਹਰ ਦੀ ਰੂਪ ਰੇਖਾ ਵੇਖ ਕੇ ਕਹਿੰਦੇ, ਐਸਾ ਸ਼ਿੰਗਾਰ ਕਰ ਪੁੱਤਰੀ ਪਾਏ ਖੁਦਾਏ, हे ਮੇਰੀ ਧੀਏ, ਕਿਤੇ ਗੁਣਾਂ ਦਾ ਵੀ ਸ਼ਿੰਗਾਰ ਐਸਾ ਕਰੇ ਤੂੰ ਕਿ ਖੁਦਾ ਦੇ ਨੇੜੇ ਹੋ ਜਾਏ, ਰੱਬ ਦੇ ਨੇੜੇ ਹੋ ਜਾਏ, ਜਿਵੇਂ ਦਾ ਸ਼ਿੰਗਾਰ ਬਾਹਰ ਦਾ ਸਰੀਰ ਦਾ ਕੀਤਾ ਹੋਇਆ। ਪੰਜ ਦੋਖ ਵਿਵਰਜਿਤ ਹੈ। ਗੁਰੂ ਕਿਵੇਂ ਪੰਜ ਦੋਖਾਂ ਤੋਂ ਬਚਿਆ, ਔਰ ਉਸ ਸੰਤ ਗੁਰੂ ਕੋਲ ਆ ਕੇ ਸਾਨੂੰ ਵੀ ਹੌਸਲਾ ਮਿਲਦਾ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਅਸੀਂ ਅਰਦਾਸ ਕਰਦੇ ਹਾਂ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। हे ਗੁਰੂ ਤੂੰ ਕਿਰਪਾ ਕਰ, ਜਿਹੜੇ ਪੰਜ ਦੋਖ ਪੰਜ ਦੂਤ ਮੋਏ ਬਹੁਤ ਸੰਤਾਪਤ ਤੇ ਭਿਆਨਕ ਪਿਆ, ਜਿਹੜੇ ਦਿਨ ਰਾਤ ਸਤਾਉਂਦੇ ਨੇ, ਦੁੱਖ ਦਿੰਦੇ ਨੇ, ਤੇਰੀ ਕਿਰਪਾ ਨਾਲ ਮਿਟ ਸਕਣ, ਤੇ ਆਪਣੀ ਤਾਕਤ ਨਾਲ ਨਹੀਂ ਮਿਟਦੇ। ਹੁਣ ਜਿਹੜਾ ਆਪ ਸੰਤ ਅਖਵਾ ਕੇ ਇਹਨਾਂ ਦੀ ਪਕੜ ਵਿੱਚ ਲਿਬੜਿਆ, ਤੁਹਾਨੂੰ ਕਿਵੇਂ ਛਡਾ ਸਕਦਾ? ਇਹ ਤੇ ਪੂਰਾ ਸੰਤ ਉਹ ਗੁਰੂ ਹੈ ਜਿਹੜਾ ਬੰਧਨ ਤੋੜ ਬੋਲਾਵੇ ਰਾਮ, ਮਨ ਮੈਂ ਲਾਗੇ ਸਹਿਜ ਧਿਆਨ, ਮਿਟੇ ਕਲੇ ਸੁਖੀ ਹੋਏ ਰਹੀ ਹੈ, ਐਸਾ ਦਾਤਾ ਸਤਿਗੁਰੂ ਕਹੀਏ, ਜਿਹਦੇ ਕੋਲ ਆ ਕੇ ਸਾਰੇ ਵਿਕਾਰਾਂ ਦੇ ਬੰਧਨ ਕੱਟੇ ਜਾਂਦੇ ਨੇ, ਟੁੱਟ ਜਾਂਦੇ ਹਨ। ਦਿਆਲੰਗ ਸਰਬਤਰ ਜੀਆਂ ਪੰਜ ਦੋਖ ਵਿਵਰਜਿਤ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭੋਜਨੰ ਗੋਪਾਲ ਕੀਰਤਨੰ, ਸੰਤ ਦੀ ਖੁਰਾਕ ਕੀ ਹੈ? ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ, ਸਰਬ ਵੇਲਾ ਮੁਖ ਪਾਵੋ। ਦੋ ਤਰ੍ਹਾਂ ਦਾ ਲੰਗਰ ਹੈ ਨਾ ਸਤਿਗੁਰੂ ਦੇ ਘਰ ਵਿੱਚ ਜਦੋਂ ਆਪਾਂ ਆਉਂਦੇ ਹਾਂ। ਇੱਕ ਲੰਗਰ ਹਾਲ ਵਿੱਚ ਜਾ ਕੇ ਸਰੀਰਕ ਰੂਪ ਵਿੱਚ ਸਾਡੀ ਤ੍ਰਿਪਤੀ ਵਾਸਤੇ ਸਾਨੂੰ ਪ੍ਰਸ਼ਾਦਾ ਮਿਲਦਾ ਹੈ, ਲੰਗਰ ਮਿਲਦਾ ਹੈ। ਪਰ ਇੱਕ ਜਿਵੇਂ ਤੁਸੀਂ ਇੱਥੇ ਸਜ ਕੇ ਬੈਠੇ ਹੋ ਗੁਰੂ ਦਰਬਾਰ ਵਿੱਚ, ਲੰਗਰ ਚੱਲਿਆ ਗੁਰੂ ਸ਼ਬਦ, ਹਰ ਤੋਟ ਨਾ ਆਵੀ ਖੱਟੀ ਹੈ। ਗੁਰੂ ਦੇ ਸ਼ਬਦ ਦਾ ਲੰਗਰ ਜਿਹੜਾ ਸਾਡੀ ਆਤਮਾ ਦੀ ਤ੍ਰਿਪਤੀ ਵਾਸਤੇ, ਸਾਡੇ ਮਨ ਦੀ ਖੁਰਾਕ ਹੈ, ਜਿਸ ਨੂੰ ਖਾ ਕੇ ਅਸੀਂ ਬਲਵਾਨ ਹੋਣਾ ਹੈ, ਜਿਸ ਨੂੰ ਖਾ ਕੇ ਸਾਡੀ ਆਤਮਾ ਤਾਕਤਵਰ ਹੋ ਕੇ ਵਿਕਾਰਾਂ ਨਾਲ ਲੜ ਸਕਦੀ ਹੈ। ਮਹਾਰਾਜ ਕਹਿੰਦੇ ਸੰਤ ਦੀ ਜਿਹੜੀ ਖੁਰਾਕ ਹੈ ਨਾ, ਉਹ ਭੋਜਨੰ ਗੋਪਾਲ ਕੀਰਤਨੰ, ਪਰਮਾਤਮਾ ਦੀ ਕੀਰਤੀ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ। ਹਰ ਵੇਲੇ ਰੱਬ ਯਾਦ ਵਿੱਚ ਜੁੜਿਆ ਹੋਇਆ, ਆਪ ਜਪਦਾ ਹੈ ਤੇ ਦੂਜਿਆਂ ਨੂੰ ਵੀ ਨਾਮ ਜਪਣ ਦੀ, ਰੱਬ ਦੀ ਕੀਰਤੀ ਕਰਨ ਦੀ ਪ੍ਰੇਰਣਾ ਕਰਦਾ ਹੈ। ਔਰ ਫਿਰ ਉਹਦਾ ਜੀਵਨ ਬਾਹਰੀ ਤੌਰ ਤੇ ਵੀ ਇੰਨਾ ਸੰਜਮੀ ਹੈ, ਜਿਹਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ, ਥੋੜਾ ਸਵੈ ਥੋੜਾ ਹੀ ਖਾਵੇ। ਉਹ ਨਹੀਂ ਕਿ ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ।
सौ उलामे दिने के राती मिलन सहंस, सिफत सलाहन छड़ के करंगी लगा हंस, त्रिग वेहा जीविया जित खाए वधाया पेट, नानक सच्चे नाम बिन सबो दुश्मन हेत। सगों संत का जीवन बड़ा संजमी जीवन है। भोजन गोपाल कीर्तन, फिर अल्प माया जल कमल रहता है। उनका जीवन इवें दा है जिवें कमल का फुल चिक्कड़ विच ही खिड़ना उन्हें, लेकिन अपनियां पंखियां नूं कदे, अपनियां पत्तियां नूं कदे चिक्कड़ नहीं लगन दिंदा। रब दा प्यारा भी, संत भी, इन्हें के दुनिया तो वखरा होकर किते खास डेरा बना के बह गया। उन्हें विआह नहीं किया, उन्हें ग्रस्त धारण नहीं किया। असीं इस गल्लों नूं सत्कार दिंदे रहे। महाराज कहंदे नहीं, वो माया विच ही है, घर गृहस्थी विच ही है, लेकिन घर गृहस्थी विच रहिंदियां होइयां भी निर्लेप है। जदों गुरु नानक साहब गए ना सुमेर पर्वत उत्ते, ते जोगियां नूं इस गल दा माण सी भी असीं वड्डे त्यागी हां, साडे सामणे कौन टिक सकदा है। धन गुरु नानक पिता महाराज सच्चे पातशाह नूं कहंदे संतां दी, जोगियां दी सेवा करो, लिया के जल छकाओ, खप्पर दे दिता पानी भर के लियाउण वास्ते। भाई गुरदास जी ने जिक्र किया, सिद्धि मने विचारिया किवें दर्शन लेवै वाला, ऐसा जोगी कली माए हमरे पंथ करे उजियाला। खप्पर दिता नाथ जी पानी भर लैवण उठ चाला। सतगुरु नूं कहंदे नेड़े खूह तो पानी लियाओ भर के। उन्हें अपनी ताकतां नाल वो पानी का खूह हीरिया नाल भर दिता, मोहरा नाल भर दिता। मन विच एक ख्याल आया भी गुरु नानक साहब तो गृहस्थी बंदे ने, परिवार विचों आए है, ते जदों ये देखणगे इन्नी माया इन्नी दौलत, ते इन्हां दा मन डुल जाना, इन्हां आंदे जोगियां नूं मत्था टेक देना। पर उन्हां नूं पता नहीं भी ये बाबा असल विच संत है, जिहड़ा माया विच रहिंदिया कमल दे फुल दी न्याई चिक्कड़ विच रह के निर्लेप रहिंदा है। उन्हें पहले शब्द विच कह दिता, मोती ता मंदर उसरै, रतनी ता होए जड़ाओ, कस्तूर कुंगू अगर चंदन, लीप आवे चाओ, मत देख भूला विसरै, तेरा चित ना आवे नाओ। सब कुछ होवे सिख कोल, लेकिन सारा कुछ वेख के रब ना भुले, अकाल पुरख ना भुले। जिन्ना वध होवे उन्नी याद चिंतन उन्ना होर डूंगा हो जाए। हर वेले परमात्मा की सिफत विच जुड़े मन, क्योंकि जिन्ना पदार्थ है ना पौड़ी है रब नाल जुड़न वास्ते। जे प्रसाद वसै सुख मंदर, तिसै ते आए सदा मन अंदर, जे प्रसाद गिरे संग सुख वसना, आठ पैर सिमरो तिस रसना। सतगुरु जदों वापस आए ते खाली हथ, जोगी बड़े हैरान हुए, कहते भी पानी नहीं लिया। महाराज कहते इत्थे जल नहीं सी, कहते कुछ होर। सतगुरु कहते होर नाल ते साडा संबंध नहीं सी, तुसां जल ही भेजिया, जल उत्थे है नहीं सी। धन गुरु नानक पिता महाराज सच्चे पातशाह ने प्रगट कर दिता, शब्द जिति सिद्ध मंडली, कीतो सो अपना पंथ निराला। गुरमुख का जीवन इवें दा है कि माया विच निर्लेप है। साध ने ऐसा जीवन कमा लिया कि माया दासी भगतां की कार कमावे, अल्प माया जल कमल रहता है। फिर अगे जाके उपदेशंग सम मित्र सतरै, भगवंत भगत भावनी। वो जदों सच दा उपदेश दिंदा है ना, फिर मित्र नूं सतरू नूं सारियां नूं सम बराबर उपदेश दिंदा है। क्योंकि गुरु कोल आके जदों मत्थे टेकांगे झुकांगे ते साडे कन्नां विच सब तो पहला सबक यही मिलेगा, यही उपदेश मिलेगा आके, गुरु चरना विच विसर गई सब तात पराई, जब ते साध संगत मोह पाई, ना को बैरी नहीं बेगाना, सगल संग हमको बने आए। सबको मीत हम आपन कीना, हम सबना के साजन, दूर परायो मन का बिरहा, तम मेल कियो मेरे राजन। वो सारे नूं बराबर उपदेश दिंदा है। कोई भी आके पुछ लवे सवाल, कोई स्त्री पूछे, उस संत ने फिर मार्गदर्शन देना, जाए पुछो सुहागणी, तुसी राविया किन्नी गुणी, सहज संतोख सिंगारियां मिठा बोलनी, फिर रिसालू तां मिले जा गुर का शब्द सुनी। इत्थे नहीं भी स्त्री दे मत्थे नहीं लगना कि ओदे मत्थे लग के मेरा धर्म जिहड़ा नीवा हो जाता है। सतगुरु जी के घर विच उपदेशंग सम मित्र सतरै, सारिਆਂ ਨੂੰ बराबर का उपदेश। कोई भी पूछे, खत्री ब्राह्मण सूद वैस उपदेश, चौं वरना को साझा। सगों सतगुरु जी के घर विच महाराज ने उसे धार्मिक बंदे नूं प्रवान कीता है जिन्हें अपनी जिंदगी विच कर्म कमा लए, वचन कमा लए, चौहों वरना को दे उपदेश। महाराज कहते नानक उस पंडित को सदा आदेश, जिहड़ा चौं वरना नूं बराबर उपदेश दे रहा है, वितकरा नहीं कर रहा कि खास लोगों वास्ते उपदेश हो सकता है। महाराज कहते सारियां वास्ते साझा है, कोई गावे को सुने, हर नामा चित लाए, कहो कबीर संसा नहीं अंत परम गति पाए। उपदेशंग सम मित्र सतरै, भगत भगवंत भगत भावनी। उहदी जिहड़ी भावना है ना, प्यार है, भगती है, वो परमात्मा के चरणों में समर्पित है हर वेले। ते अखीर विच महाराज कहते पर निंदा ने सरवणंग स्रोत, यह 6वां गुण है संत दा।
ਕਿ ਉਹ ਪਰਾਈ ਨਿੰਦਿਆ ਆਪਣੇ ਕੰਨਾਂ ਰਾਹੀਂ ਨਹੀਂ ਸੁਣਦਾ, ਬਹੁਤ ਸੁਚੇਤ ਰਹਿੰਦਾ, ਅਲਰਟ ਰਹਿੰਦਾ। ਭਾਈ ਗੁਰਦਾਸ ਜੀ ਨੇ ਜਿਵੇਂ ਕਿਹਾ, ਪਰ ਨਿੰਦਾ ਸੁਣ ਆਪ ਹਟਾਵੇ। ਕੰਨ ਤਾਂ ਖੁੱਲੇ ਨੇ ਨਾ, ਬੋਲ ਤਾਂ ਚਾਰੇ ਪਾਸਿਓਂ ਪੈਣਗੇ ਹੀ ਕੰਨਾਂ ਵਿੱਚ, ਲੇਕਿਨ ਉਹਨੇ ਸੈਂਸਰ ਲਾਇਆ ਹੋਇਆ, ਕਿਹੜੀ ਚੀਜ਼ ਨੂੰ ਅੰਦਰ ਆਉਣ ਦੀ ਪਰਮਿਸ਼ਨ ਦੇਣੀ, ਆਗਿਆ ਦੇਣੀ, ਕਿਹੜੀ ਨੂੰ ਸੁਚੇਤ ਹੋ ਕੇ ਬਾਹਰ ਹੀ ਕੱਢ ਦੇਣਾ। ਜਿਵੇਂ ਘਰ ਦੇ ਦਰਵਾਜ਼ੇ ਨੇ ਨਾ ਸਾਡੇ, ਅਸੀਂ ਕਿੰਨੀ ਸਾਫ਼ ਸਫਾਈ, ਕਿੰਨਾ ਕੁਝ ਧਿਆਨ ਰੱਖਦੇ, ਇਨ ਬਿਨ ਕੇ ਅੱਜ ਤੇ ਸਾਡੇ ਘਰ ਦੇ ਦਰਵਾਜ਼ੇ ਅੱਗੇ ਆ ਕੇ ਵੀ ਕੋਈ ਖੜਾ ਹੋ ਜਾਏ, ਸਾਡੀ ਪਰਮਿਸ਼ਨ ਤੋਂ, ਆਗਿਆ ਤੋਂ ਬਿਨਾਂ ਅੰਦਰ ਨਹੀਂ ਆ ਸਕਦਾ। ਅਸੀਂ ਕੈਮਰੇ ਰਾਹੀਂ ਦੇਖ ਲੈਂਦੇ ਆ ਕੌਣ ਬੰਦਾ ਆਇਆ, ਘਰ ਲਿਆਉਣ ਵਾਲਾ ਹੈ ਜਾਂ ਨਹੀਂ। ਇਸੇ ਤਰ੍ਹਾਂ ਅਵਗੁਣ ਜਿਹੜੇ ਨੇ ਨਾ, ਉਹ ਸੁਚੇਤ ਹੋ ਕੇ ਜਿੰਨੇ ਸਾਡੇ ਦਰਵਾਜ਼ੇ ਨੇ ਗਿਆਨ ਇੰਦਰੀ, ਸਾਡੇ ਕੰਨ, ਸਾਡੀ ਨਾਸਿਕਾ, ਸਾਡੀਆਂ ਅੱਖਾਂ, ਇਹਨਾਂ ਰਾਹੀਂ ਹਿਰਦੇ ਰੂਪੀ ਘਰ ਅੰਦਰ ਕਿਹੜੀ ਚੀਜ਼ ਨੂੰ ਲੈ ਕੇ ਜਾਣਾ, ਕਿਹੜੀ ਨੂੰ ਬਾਹਰ ਹੀ ਕੱਢ ਦੇਣਾ, ਕੂੜਾ ਕਬਾੜ ਬਾਹਰ ਹੀ ਰੱਖ ਦੇਣਾ। ਇਹ ਸੰਤ ਨੇ ਆਪਣੇ ਜੀਵਨ ਵਿੱਚ ਸਿੱਖ ਲਿਆ ਕਿ ਪਰ ਨਿੰਦਾ ਨੇ ਸਰਵਣੰ ਸਰੂਤ। ਉਹ ਪਰਾਈ ਨਿੰਦਿਆ ਆਪਣੇ ਸਰਵਣਾ ਰਾਹੀਂ, ਆਪਣੇ ਕੰਨਾਂ ਰਾਹੀਂ ਕਦੇ ਨਹੀਂ ਸੁਣਦਾ। ਉਹਨੂੰ ਸਮਝ ਆ ਗਈ ਕਿ ਨਿੰਦਾ ਭਲੀ ਕਿਸੇ ਦੀ ਨਹੀਂ, ਇਹ ਕਰਮ ਗੁਰਮੁਖਾਂ ਦਾ, ਸੰਤਾਂ ਦਾ ਨਹੀਂ ਹੈ, ਇਹ ਕਰਮ ਹੈ ਮਨਮੁਖ ਮੁਗਧ ਕਰਨ, ਇਹ ਕਰਮ ਮਨਮੁਖਾਂ ਦਾ ਹੈ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਸਾਡੇ ਘਰ ਦੇ ਵਿਹੜੇ ਵਿੱਚ ਕੋਈ ਗੰਦਗੀ ਪਾਏ ਅਸੀਂ ਬਰਦਾਸ਼ਤ ਨਹੀਂ ਕਰਦੇ, ਪਰ ਜਦੋਂ ਦੂਜੇ ਤੀਜੇ ਬੰਦੇ ਦੀ, ਜਿਹਨੂੰ ਅਸੀਂ ਜਾਣਦੇ ਵੀ ਨਹੀਂ, ਉਹਦੀ ਕੋਈ ਨਿੰਦਿਆ ਕਰਦਾ, ਅਸੀਂ ਬਿਲਕੁਲ ਕੰਨ ਲਾ ਲਾ ਕੇ ਸੁਣਦੇ ਹਾਂ, ਕਿਉਂਕਿ ਉਹਦੇ ਵਿੱਚ ਰਸ ਹੈ, ਚਸਕਾ ਹੈ। ਮਹਾਰਾਜ ਕਹਿੰਦੇ ਸੰਤ ਨੇ ਇੰਨਾ ਸੰਕੋਚ ਕੀਤਾ ਆਪਣੇ ਜੀਵਨ ਵਿੱਚ। ਫਿਰ ਉਹਨਾਂ ਦੀ ਕਮਾਈ ਨੂੰ ਧਿਆਨ ਵਿੱਚ ਧਰ ਕੇ ਤਾਂ ਆਪ ਜੀ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹੋ, ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ, ਬੁਰਿਆਈ ਨੂੰ ਦੇਖ ਕੇ ਵੀ ਜੀਵਨ ਦਾ ਆਧਾਰ ਨਹੀਂ ਬਣਨ ਦਿੱਤਾ, ਬੁਰਿਆਈ ਨੂੰ ਜ਼ਿੰਦਗੀ ਤੋਂ ਦੂਰ ਕਰ ਦਿੱਤਾ। ਮਹਾਰਾਜ ਕਹਿੰਦੇ ਪਰ ਨਿੰਦਾ ਨੇ ਸਰਵਣੰ ਸਰੋਤ, ਆਪ ਤਿਆਗ ਸਗਲ ਰੇਣੁਕ। ਉਹਨੇ, ਅਸਲ ਸੰਤ ਨੇ ਆਪਣਾ ਆਪਾ ਤਿਆਗ ਕੇ ਸਾਰਿਆਂ ਦੇ ਚਰਨਾਂ ਦੀ ਧੂੜੀ ਬਣਨਾ ਪ੍ਰਵਾਨ ਕਰ ਲਿਆ। ਉਹਨੇ ਖਾਸ ਥਾਂ ਦੇ ਉੱਤੇ ਗੱਦੀਆਂ ਲਾ ਕੇ ਲੋਕਾਂ ਤੋਂ ਮੱਥੇ ਨਹੀਂ ਟਿਕਵਾਏ, ਸਗੋਂ ਤੇ ਇਹਨਾਂ ਗੁਰਮੁਖਾਂ ਦੀ ਸੰਗਤ ਦੇ ਚਰਨਾਂ ਦੀ ਖਾਕ ਬਣ ਗਿਆ। ਪਤਾ ਹੀ ਨਹੀਂ ਲੱਗਦਾ ਸੰਤ ਸੇਵਾ ਕਰਦਿਆਂ ਹੋਇਆ ਕਿਸ ਪਹਿਰਾਵੇ ਵਿੱਚ, ਕਿਸ ਰੂਪ ਵਿੱਚ ਸੰਗਤ ਵਿੱਚ ਵਿਚਰ ਰਿਹਾ, ਰੱਬੀ ਪਿਆਰ ਵਿੱਚ ਜੁੜਿਆ ਹੋਇਆ। ਸਭ ਕਹਿੰਦੇ ਖਟ ਲਖਣ ਪੂਰਨੰ ਪੁਰਖ ਹੈ। ਇਹ ਖਟ ਲਖਣ ਨੇ, 6 ਲਖਣ ਨੇ, ਨਾਨਕ ਨਾਮ ਸਾਧ ਸਵਜਨ। ਇਹ ਅਸਲ ਸਾਧੂ ਦਾ ਨਾਮ ਹੈ, ਸਾਧੂ ਦੇ ਗੁਣ ਨੇ, ਜਿਹਨੇ ਆਪਣੀ ਜ਼ਿੰਦਗੀ ਵਿੱਚ 6 ਗੁਣ ਕਮਾ ਲਏ ਨੇ, ਇਸ ਚੰਗਿਆਈ ਨੂੰ ਕਮਾ ਲਿਆ। ਤੇ ਅੱਜ ਦੇ ਸ਼ਬਦ ਵਿੱਚ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਗੁਣ ਜੀਵਨ ਵਿੱਚ ਹਨ ਤਾਂ ਉਹਦਾ ਜੀਵਨ ਬੜਾ ਮੁਬਾਰਕ ਹੈ, ਬਹੁਤ ਪਵਿੱਤਰ ਜੀਵਨ ਹੈ। ਜਿਨ੍ਹਾਂ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਉਹ ਪੂਰਨ ਸੰਤ ਹੈ, ਧਨ ਤਾਂ ਯੋਗ ਹੈ। ਧਨ ਸ਼ਬਦ ਸਤਿਗੁਰੂ ਬਾਣੀ ਵਿੱਚ ਬਹੁਤ ਖਾਸ ਰੁਤਬੇ ਵਾਸਤੇ ਵਰਤਦੇ ਨੇ। ਉਹਦਾ ਜੀਵਨ ਧਨ ਤਾਂ ਯੋਗ ਹੈ ਜਿਹਨੇ ਇਹ ਜੀਵਨ ਵਿੱਚ ਕਮਾ ਲਿਆ। ਤੇ ਜੇ ਨਹੀਂ ਕਮਾਏ ਤੇ ਉਹਦਾ ਦੂਜਾ ਰੂਪ ਪਾਤਸ਼ਾਹ ਨੇ ਅਗਲੇ ਸ਼ਲੋਕ ਵਿੱਚ ਬਿਆਨ ਕੀਤਾ, ਕਹਿੰਦੇ 8 ਪਹਿਰ ਭੌਂਦਾ ਫਿਰੈ। 4 ਪੈਰ ਦਿਨ ਦੇ ਨੇ, 4 ਪੈਰ ਰਾਤ ਦੇ, 8 ਪੈਰ ਭਾਵ ਹਰ ਵੇਲੇ ਭਟਕਦਾ ਫਿਰਦਾ ਹੈ, ਇਧਰ ਉਧਰ ਦੀ ਝਾਤ ਹੈ। ਦੁਨੀਆ ਦੇ ਮਾਣ ਤੇ ਵਡਿਆਈ ਦੇ ਲਾਲਚ ਵਿੱਚ ਉਹਦੀ ਜ਼ਿੰਦਗੀ ਇਵੇਂ ਦੀ ਬਣ ਗਈ, ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜੋ ਡੋਲਤ ਨਹਿ ਸੁਧ, ਰਾਮ ਭਜਨ ਕੀ। ਇੱਕ ਕੁੱਤੇ ਦੀ ਨਿਆਈ, ਹਲਕੇ ਹੋਏ ਕੁੱਤੇ ਦੀ ਤਰ੍ਹਾਂ, ਹਰ ਇੱਕ ਦੇ ਬੋਝੇ ਵੱਲ ਆਸ ਰੱਖਣੀ ਤੇ ਹਰ ਇੱਕ ਥਾਂ ਤੇ ਭਟਕਣਾ। ਮਹਾਰਾਜ ਜੀ ਕਹਿੰਦੇ ਐਸਾ ਜੀਵਨ ਹੈ। ਫਿਰ ਜੇ ਅਸਲ ਵਿੱਚ ਪਰਮੇਸ਼ਵਰ ਦਾ ਨਾਮ ਮੰਤਰ ਮਨ ਵਿੱਚ ਨਹੀਂ ਹੋਇਆ ਤਾਂ 8 ਪੈਰ ਭੌਂਦਾ ਫਿਰੈ, ਖਾਵਣ ਸਦਨੈ ਸੂਲ। ਖਾਣ ਵਾਸਤੇ ਅੰਦਰ ਜਿਹੜੀ ਸੂਲ ਉੱਠਦੀ ਹੈ, ਭੁੱਖ ਪੈਦਾ ਹੁੰਦੀ ਹੈ, ਤੜਫ ਪੈਦਾ ਹੁੰਦੀ ਹੈ, ਬਹੁਤੀ ਲਾਲਸਾ ਪੈਦਾ ਹੁੰਦੀ ਹੈ। ਮਹਾਰਾਜ ਕਹਿੰਦੇ ਇਵੇਂ ਦਾ ਜੀਵਨ ਦੋਜ਼ਖ ਪਾਉਂਦਾ ਕਿਉਂ ਰਹਿ, ਜਾਂ ਚਿਤ ਨਾ ਹੋਏ ਰਸੂਲ। ਫਿਰ ਉਹ ਦੋਜ਼ਖ ਦੀ ਅੱਗ ਵਿੱਚ ਸੜਨ ਤੋਂ ਕਿਵੇਂ ਬਚ ਸਕਦਾ ਹੈ? ਜਿਨੇ ਰਸੂਲ ਦੇ ਰਾਹੀਂ, ਪੈਗੰਬਰ ਦੇ ਰਾਹੀਂ, ਗੁਰੂ ਦੇ ਦੁਆਰਾ ਸੱਚੇ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਚੇਤੇ ਹੀ ਨਹੀਂ ਕੀਤਾ, ਰੱਬੀ ਇਬਾਦਤ ਨੂੰ ਹਿਰਦੇ ਵਿੱਚ ਨਹੀਂ ਵਸਾਇਆ। ਉਹਦੇ ਮਨ ਅੰਦਰ ਲਾਲਸਾ ਹੈ, ਟੇਕ ਹੈ ਸਿਰਫ ਸੰਸਾਰ ਦੀ, ਲੇਕਿਨ ਅਸਲ ਸੰਤ ਦੇ ਅੰਦਰ ਟੇਕ ਹੈ ਕਿਸੇ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀ ਜਾ ਰੋਏ, ਜਾਂ ਲੱਗ ਚਿਤ ਨਾ ਆਵੇ। ਇੱਕ ਜੀਵਨ ਜਿਹੜਾ ਭਟਕ ਰਿਹਾ, ਬਾਹਰੋਂ ਪਹਿਰਾਵਾ ਪਾ ਕੇ ਲੋਕਾਂ ਵੱਲ ਵੇਖ ਰਿਹਾ ਵੀ ਕੋਈ ਚੰਗਾ ਬੰਦਾ ਆਏ ਤੇ ਮੈਨੂੰ ਪਕੜਾਂ, ਲੇਕਿਨ ਸੰਤ ਆਪਣੀ ਬੇਫਿਕਰੀ ਵਿੱਚ ਬੈਠਾ ਹੋਇਆ, ਆਨੰਦ ਵਿੱਚ ਹੈ, ਰੱਬੀ ਪਿਆਰ ਵਿੱਚ। ਉਹ ਸਾਰਿਆਂ ਨੂੰ ਬਰਾਬਰ ਦੇਖਦਾ ਹੈ, ਪਰ ਉਹਦਾ ਭਰੋਸਾ ਜਿਹੜਾ ਹੈ ਨਾ, ਮਾਨੁਖ ਕੀ ਟੇਕ ਬਿਰਥੀ ਸਭ ਜਾਨ,
देवन को एक है भगवान, जिसके दिया रहे अगाए बहुर ना तृष्णा लागे आए। ਉਹਨੂੰ ਕਿਸੇ ਰਾਜਨੀਤਿਕ ਬੰਦੇ ਦਾ ਵੀ ਦਬਾਅ ਨਹੀਂ ਵੀ ਫਲਾਣੇ ਨੇ ਕੀ ਕਹਿਣਾ ਹੈ। ਉਹਨੂੰ ਤੇ ਦਿਸਦਾ ਹੈ ਕਿ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜੇ। ਪੌੜੀ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਇਹ ਪ੍ਰੇਰਣਾ ਸਾਨੂੰ ਸਭਨਾਂ ਨੂੰ ਕਰਦੇ ਨੇ। ਕਹਿੰਦੇ ਤਿਸੈ ਸਰੇਵੋ ਪ੍ਰਾਣੀਓ ਜਿਸ ਦੇ ਨਾਉ ਪੱਲੇ। ਐਸੇ ਸੰਤ ਐਸੇ ਗੁਰੂ ਨੂੰ हे ਪ੍ਰਾਣੀਓ ਸਦਾ ਚੇਤੇ ਕਰੋ ਜਿਹਦੇ ਪੱਲੇ ਨਾਮ ਹੈ। ਕਿਉਂਕਿ ਕੁਦਰਤ ਦਾ ਨਿਯਮ ਹੈ, ਜੋ ਜਿਹਦੇ ਪੱਲੇ ਹੋਏਗਾ ਨਾ ਉਹ ਦੂਜੇ ਨੂੰ ਉਹੀ ਦਾਤ ਦੇ ਸਕਦਾ, ਉਹੀ ਦਾਤ ਦੇ ਸਕਦਾ ਜਿਹੜਾ ਆਪ ਖਾਲੀ ਬੈਠਾ ਹੋਵੇ। ਜਿਵੇਂ ਸਭ ਨੇ ਬਾਣੀ ਵਿੱਚ ਕਿਹਾ, ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ। ਅਸੀਂ ਆਪਣਾ ਦੁੱਖ ਲੈ ਕੇ ਜਾਂਦੇ ਹਾਂ, ਜਿਹਦੇ ਕੋਲ ਫਰਿਆਦ ਕਰਦੇ ਆ ਉਹਦੇ ਦੁੱਖਾਂ ਦੀ ਲਿਸਟ ਸਾਡੇ ਨਾਲੋਂ ਵੀ ਕਿਤੇ ਲੰਮੀ ਹੈ। ਇਸ ਲਈ ਉਸ ਗੁਰੂ ਨੂੰ ਸੇਵੀਏ, ਉਸ ਗੁਰੂ ਨੂੰ ਧਿਆਈਏ ਜਿਹੜਾ ਪਹਿਲਾਂ ਹੀ ਦਾਤਾ ਹੈ। ਇਹ ਕਿਹਾ ਨਾ ਸਭ ਨੇ ਬਾਣੀ ਵਿੱਚ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਜਿਹੜਾ ਗੁਰੂ ਪੀਰ ਸਦਵਾਰੇ ਹੈ ਪਰ ਮੰਗਤਾ ਬਣ ਕੇ ਬੈਠਾ ਹੈ, ਲੋਕਾਂ ਦੇ ਦਰਵਾਜ਼ੇ ਖੜਕਾਉਂਦਾ ਹੈ, ਮਹਾਰਾਜ ਕਹਿੰਦੇ ਮੂਲ ਉੱਕਾ ਹੀ ਉਹਦੇ ਚਰਨ ਨਹੀਂ ਪਕੜਨੇ। ਸਗੋਂ ਗੁਰੂ ਦੀ ਵਿਆਖਿਆ ਹੈ, ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤੇ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਗੁਰੂ ਦਾਤਾ ਹੈ, ਗੁਰੂ ਵੰਡਣ ਵਾਲਾ, ਗੁਰੂ ਮੰਗਤਾ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਤਿਸੈ ਸਰੇਵੋ ਪ੍ਰਾਣੀਓ ਜਿਸ ਦਾ ਨਾਉ ਪੱਲੇ, ਜਿਹਦੇ ਪੱਲੇ ਨਾਮ ਹੈ। ਗੁਰੂ ਦੀ ਵਿਆਖਿਆ ਹੀ ਇਹ ਹੈ ਜਿਹੜੀ ਆਪਾਂ ਪਿੱਛੇ ਸਾਂਝੀ ਕੀਤੀ, ਸਤਿਪੁਰਖ ਜਿਨੇ ਜਾਣਿਆ ਸਤਿਗੁਰ ਤਿਸ ਕਾ ਨਾਮ। ਉਹ ਜਿਹਨੇ ਜਾਣ ਲਿਆ, ਜਿਹਦੇ ਪੱਲੇ ਨਾਮ ਹੈ, ਉਹ ਫਿਰ ਅੱਗੇ ਵੰਡਦਾ ਵੀ ਹੈ। ਤਿਸ ਕਾ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ। ਐਸੇ ਗੁਰੂ ਦੇ ਲੜ ਲੱਗ ਕੇ ਇੱਥੇ ਰਹੋ ਸੁਹੇਲਿਆ, ਅੱਗੇ ਨਾਲ ਚੱਲੇ। ਇਸ ਜੀਵਨ ਵੀ ਗੁਰੂ ਦੇ ਲੜ ਲੱਗ ਕੇ ਸੌਖਾ ਹੋ ਜਾਂਦਾ ਹੈ ਤੇ ਪਰਲੋਕ ਵੀ, ਅਗਲਾ ਜੀਵਨ ਵੀ ਜਿਹੜਾ ਨਾ ਉਹ ਵੀ ਸਵਰ ਜਾਂਦਾ ਹੈ, ਉਹ ਵੀ ਸੁਹੇਲਾ ਹੋ ਜਾਂਦਾ ਹੈ। ਕਿਉਂਕਿ ਇਹ ਪੂੰਜੀ ਉੱਥੇ ਵੀ ਨਾਲ ਚੱਲਦੀ ਹੈ। ਇਹਾਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕਹਿ ਪਾਈਏ। ਐਸੇ ਗੁਰਮੁਖ, ਐਸੇ ਸੰਤ, ਐਸੇ ਸਮਰਥ ਗੁਰੂ ਦੀ ਗੋਦ ਵਿੱਚ ਬੈਠ ਕੇ ਲੋਕ ਵੀ ਸੁਖੀ ਹੈ ਪਰ ਪਰਲੋਕ ਵੀ ਸੁਹੇਲਾ। ਘਰ ਬੰਦੋ ਸਚ ਧਰਮ ਕਾ ਗੱਡ ਥੰਮ ਅਹਲ ਹੈ। ਨਾਮ ਦਾ ਉਹ ਥੰਮ ਗੱਡ ਕੇ ਜਿਹੜਾ ਹਿੱਲਣ ਵਾਲਾ ਨਹੀਂ ਹੈ, ਜਿਹਨੇ ਸਦੀਵ ਕਾਲ ਟਿਕ ਜਾਣਾ, ਉਹ ਘਰ ਬੰਨ ਲਵੋ। ਘਰ ਦਾ ਅਰਥ ਹੈ ਆਤਮਕ ਉੱਚੀ ਅਵਸਥਾ, ਉਹ ਪ੍ਰਾਪਤ ਕਰ ਲੈਣੀ, ਜਿਹਦੇ ਬਾਬਤ ਮਹਾਰਾਜ ਕਹਿੰਦੇ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਕੋਈ ਹਿਲ ਜੁਲ ਨਹੀਂ ਹੈ ਉਸ ਅਵਸਥਾ ਵਿੱਚ ਜਾ ਕੇ। ਕੋਈ ਵਿਕਾਰ, ਕੋਈ ਬੁਰਾਈ, ਕੋਈ ਵਾਧਾ ਘਾਟਾ ਤੁਹਾਡੀ ਜ਼ਿੰਦਗੀ ਅੰਦਰ ਹਿਲਾ ਪੈਦਾ ਨਹੀਂ ਕਰ ਸਕਦਾ, ਥਣਕਾ ਨਹੀਂ ਸਕਦਾ ਤੁਹਾਨੂੰ। ਗੁਰੂ ਨੇ ਉਹ ਅਵਸਥਾ ਦੇ ਦਿੱਤੀ ਕਿ ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੇ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਮਹਾਰਾਜ ਕਹਿੰਦੇ ਐਸਾ ਘਰ ਪ੍ਰਾਪਤ ਹੋ ਗਿਆ, ਓਟ ਲਹੋ ਨਾਰਾਇਣ ਦੀਨ ਦੁਨੀਆ ਝੱਲੇ। ਉਸ ਪਰਮਾਤਮਾ ਦੇ ਚਰਨਾਂ ਦੀ ਓਟ ਲਈਏ ਜਿਨੇ ਸਾਰੇ ਸੰਸਾਰ ਨੂੰ ਆਪਣਾ ਆਸਰਾ ਦਿੱਤਾ ਹੋਇਆ, ਜਿਹੜਾ ਵਾਹਿਗੁਰੂ ਸਾਰਿਆਂ ਦੇ ਦੁੱਖਾਂ ਨੂੰ, ਰੋਗਾਂ ਨੂੰ, ਤਕਲੀਫਾਂ ਨੂੰ ਝੱਲਣ ਵਾਲਾ ਹੈ, ਜਿਹਦੇ ਕੋਲੇ ਸਮਰਥਾ ਹੈ, ਜਿਹਦੇ ਆਸਰੇ ਉੱਤੇ ਸਾਰਾ ਬ੍ਰਹਿਮੰਡ ਟਿਕਿਆ ਹੋਇਆ। ਤੇ ਅਖੀਰ ਵਿੱਚ ਪਾਤਸ਼ਾਹ ਕਹਿੰਦੇ ਨਾਨਕ ਪਕੜੇ ਚਰਨ ਹਰ ਤਿਸ ਦਰਗਾਹ ਮੱਲੇ। ਵਾਹਿਗੁਰੂ ਪਰਮੇਸ਼ਵਰ ਦੇ ਚਰਨ ਜਿਨ੍ਹਾਂ ਗੁਰਮੁਖਾਂ ਰੱਬੀ ਪਿਆਰਿਆਂ ਨੇ ਪਕੜ ਲਏ, ਉਹਨੇ ਰੱਬ ਦੀ ਦਰਗਾਹ ਵਿੱਚ ਆਪਣਾ ਟਿਕਾਣਾ ਪੱਕਾ ਕਰ ਲਿਆ, ਮਜ਼ਬੂਤ ਹੋ ਗਏ, ਉਹ ਪਰਵਾਨੇ ਗਏ। ਉਹਨਾਂ ਦਾ ਜੀਵਨ ਇੱਥੇ ਵੀ ਸੁਖੀ ਹੈ, ਉਹਨਾਂ ਦਾ ਜੀਵਨ ਪਰਲੋਕ ਵਿੱਚ ਵੀ ਸੁਹੇਲਾ ਹੈ। ਉਹਨਾਂ ਨੇ ਇੱਥੇ ਵੀ ਆਨੰਦ ਮਾਣਿਆ। ਉਹਨਾਂ ਦੀ ਜ਼ਿੰਦਗੀ ਹੈ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਹ ਹਰ ਇੱਕ ਜਗ੍ਹਾ ਰੱਬੀ ਪਿਆਰ ਵਿੱਚ ਜੀ ਕੇ ਜ਼ਿੰਦਗੀ ਬਸਰ ਕਰਨ ਵਾਲੇ ਗੁਰਮੁਖ ਜਨ ਨੇ। ਐਸੇ ਖਿਆਲ ਸਤਿਗੁਰੂ ਜੀ ਨੇ ਅੱਜ ਦੇ ਇਹਨਾਂ ਪਾਵਨ ਬਚਨਾਂ ਰਾਹੀਂ ਸਾਨੂੰ ਬਖਸ਼ਿਸ਼ ਕੀਤੇ ਨੇ ਕਿ ਸੱਚ ਨੂੰ ਪਿਆਰ ਕਰਨ ਵਾਲੇ ਸੰਤ ਨੇ, ਉਹਨਾਂ ਨੂੰ ਸਤਿਕਾਰ ਹੈ ਸਤਿਗੁਰੂ ਦੇ ਘਰ ਵਿੱਚ। ਲੇਕਿਨ ਪਖੰਡ ਅਤੇ ਦਿਖਾਵਾ ਕਰਨ ਵਾਲਿਆਂ ਦੇ ਪਾਜ ਨੂੰ ਵੀ ਗੁਰਬਾਣੀ ਨੇ ਬੜੇ ਖੁੱਲੇ ਸ਼ਬਦਾਂ ਵਿੱਚ ਉਗੇੜ ਕੇ ਇੱਕ ਤਾਂ ਮਾਨਵਤਾ ਨੂੰ ਸੁਚੇਤ ਕੀਤਾ ਔਰ ਇੱਕ ਐਸੇ ਕਪਟੀ ਬੰਦੇ ਨੂੰ ਆਪ ਸੁਚੇਤ ਕੀਤਾ, ਭਲਿਆ ਇਹ ਕਪਟ ਤੇਰੇ ਜੀਵਨ ਦੇ ਆਪ ਠੱਗੇ ਜਾਣ ਦਾ ਕਾਰਨ ਬਣਦਾ। ਕਿੰਨਾ ਚੰਗਾ ਹੋਵੇ ਇਸ ਕਪਟ ਨੂੰ ਤਿਆਗ ਕੇ ਤੂੰ ਸੱਚ ਦੇ ਮਾਰਗ ਦਾ ਪਾਂਦੀ ਬਣ ਸਕੇ। ਸਤਿਗੁਰੂ ਮੇਰਾਮਤ ਕਰਨ। ਗੁਰੂ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਆਧਾਰ ਬਣੇ, ਤਾਂ ਜੋ ਗਾਵਿਆ ਸੁਣਿਆ ਹੋਇਆ ਸਭਨਾਂ ਦਾ ਸਫਲ ਹੋ ਸਕੇ। ਬੇਅੰਤ ਭੁੱਲਾਂ ਦਾਸ ਦੀਆਂ ਜਾਨ ਬਖਸ਼ ਲੈਣੀਆਂ ਜੀ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਆਪ ਸਾਰੀਆਂ ਸੰਗਤਾਂ ਦਾ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।